ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਤੂੰ ਸਮਰੱਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਜਿਉ ਬੁਲਾਏ ਤਿਉ ਬੋਲੀਐ, ਜਾ ਆਪ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਅਗਮ ਅਗੋਚਰ ਸਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼ੁੱਧ ਸਿਪਾਹਾ ਦੁਰੰਤ ਦੁਬਾਹਾ, ਸੋ ਸਾਜ ਸਨਾਹਾ ਦੁਰਜਾਨ ਦਲੈਂਗੇ। ਭਾਰੀ ਗੁਮਾਨ ਭਰੇ ਮਨ ਮੈਂ ਕਰ, ਪਰਬਤ ਪੰਖ ਹਲੇ ਨਾ ਹਲੈਂਗੇ। ਤੋਰ ਅਰੀਨ ਮਰੋਰ ਮਵਾਸਨ, ਮਾਤੇ ਮਤੰਗਨ ਮਾਨ ਮਲੈਂਗੇ। ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਦਾਨ ਚਲੈਂਗੇ। ਤੋਰ ਅਰੀਨ ਮਰੋਰ ਮਵਾਸਨ, ਮਾਤੇ ਮਤੰਗਨ ਮਾਨ ਮਲੈਂਗੇ। ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਦਾਨ ਚਲੈਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ
ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਸਰਬ ਸਾਂਝੀ ਵਾਲਤਾ ਦੇ ਪੈਗੰਬਰ, ਦੀਨ ਦੁਨੀਆ ਦੇ ਰਾਖੇ, ਮਨੁੱਖਤਾ ਦੇ ਸਾਂਝੇ ਰਹਿਬਰ, ਗੁਰਤਾ ਗੱਦੀ ਤੇ ਸੁਭਾਇਮਾਨ, ਹਲਤ ਪਲਤ ਕੇ ਰੱਖਿਅਕ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਨੇ ਆਪਣੇ ਸਾਰਿਆਂ ਤੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ। ਪਰਮੇਸ਼ਰ ਵੱਲੋਂ ਮਿਲਿਆ ਹੋਇਆ ਮਨੁੱਖਾ ਜੀਵਨ ਸਫਲ ਕਰਨ ਵਾਸਤੇ ਅੰਮ੍ਰਿਤ ਵੇਲੇ ਜਾਗਣ ਦਾ ਉਦਮ ਬਖਸ਼ਿਆ, ਔਰ ਆਪਣੀ ਚਰਨ ਸ਼ਰਨ ਵਿੱਚ ਬੜੇ ਪਿਆਰ ਨਾਲ ਆਪਣੀ ਗੋਦ 'ਚ ਬਿਠਾ ਕੇ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਨ ਦੀਆਂ ਘੜੀਆਂ ਸਮਾਂ ਸੁਭਾਗ ਬਖਸ਼ਿਸ਼ ਕੀਤਾ। ਨਾਲ ਹੀ ਕਥਾ ਰਾਹੀਂ ਗੁਰਮਤਿ ਵਿਚਾਰਾਂ ਸਾਂਝੀਆਂ ਕਰਨ ਦਾ ਸਮਾਂ ਵੀ ਬਖਸ਼ਿਸ਼ ਕੀਤਾ। ਹਰ ਰੋਜ਼ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਆਪਾਂ ਰਲ ਮਿਲ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਤਵੈ ਪ੍ਰਸਾਦ ਸਵਈਏ, ਜੋ ਅਕਾਲ ਉਸਤਤ ਬਾਣੀ ਦੇ ਵਿੱਚੋਂ 10 ਸਵਈਏ ਸਾਡੇ ਨਿਤਨੇਮ ਦਾ ਅੰਗ ਨੇ, ਨਿਤਨੇਮ ਦਾ ਹਿੱਸਾ ਨੇ। ਤੀਸਰੇ ਨੰਬਰ ਦੀ ਬਾਣੀ ਹੈ ਨਿਤਨੇਮ ਦੀ ਔਰ ਅੰਮ੍ਰਿਤ ਸੰਚਾਰ ਦੀ। ਇਹਨਾਂ ਪਾਵਨ ਸਵਈਆਂ ਦੀ ਗੁਰਮਤਿ ਦੀ ਰੋਸ਼ਨੀ ਵਿੱਚ ਆਪਾਂ ਸਾਰੇ ਹੀ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ। ਇਸ ਪਾਵਨ ਬਾਣੀ ਦੇ ਰਹੱਸ ਔਰ ਰਮਜ਼ ਸਮਝਣ ਦਾ ਯਤਨ ਕਰ ਰਹੇ ਹਾਂ। ਸਤਿਗੁਰੂ ਨੇ ਬੜੀਆਂ ਗਹਿਰੀਆਂ ਬਾਤਾਂ ਪਾਈਆਂ ਨੇ, ਬੜੇ ਅਲੱਗ-ਅਲੱਗ ਰੰਗਾਂ ਵਿੱਚ ਰੰਗੇ ਹੋਏ ਲੋਕਾਂ ਦਾ ਜ਼ਿਕਰ ਕੀਤਾ ਹੈ, ਅਲੱਗ-ਅਲੱਗ ਮਾਰਗਾਂ ਤੇ ਚੱਲਣ ਵਾਲਿਆਂ ਦਾ ਜ਼ਿਕਰ ਕੀਤਾ ਹੈ, ਤੇ ਨਾਲ ਉਹਨਾਂ ਦੇ ਇੱਕ ਉਲਾਂਭਾ ਵੀ ਦਿੱਤਾ ਕਿ ਠੀਕ ਹੈ, ਤੁਹਾਡੇ ਕੋਲੇ ਚਾਹੇ ਧਰਮ ਦੇ ਕਰਮ ਕਾਂਡ ਹੋਣ, ਚਾਹੇ ਤੁਹਾਡੇ ਕੋਲੇ ਰਾਜ ਸ਼ਕਤੀ ਦੇ ਅਡੰਬਰ ਹੋਣ, ਸਿਪਾਹ ਸਲਾਰ ਹੋਣ, ਮਾਤੇ ਮਤੰਗਨ ਹੋਣ, ਹਾਥੀ ਹੋਣ, ਘੋੜੇ ਹੋਣ, ਫੌਜਾਂ ਹੋਣ, ਬਾਹਾਂ 'ਚ ਬਲ ਬਹੁਤ ਜ਼ਿਆਦਾ ਹੋਵੇ, ਇੰਨਾ ਕੁਛ ਹੁੰਦਿਆਂ ਹੋਇਆਂ ਵੀ ਜੇ ਤੁਹਾਡਾ ਮਨ ਪ੍ਰਮਾਤਮਾ ਦੇ ਨਾਮ ਵਿੱਚ ਨਹੀਂ ਰੰਗਿਆ, ਜੇ ਤੁਹਾਡੇ ਕੋਲੇ ਰੱਬੀ ਯਾਦ ਨਹੀਂ, ਸਿਮਰਨ ਨਹੀਂ, ਇਬਾਦਤ ਨਹੀਂ, ਪਰਮੇਸ਼ਰ ਦਾ ਸ਼ੁਕਰਾਨਾ ਨਹੀਂ, ਤਾਂ ਫਿਰ ਇਹ ਤੁਹਾਡਾ ਸਭ ਕੁਛ ਵਿਅਰਥ ਹੈ। ਇਹ ਤੁਹਾਡੇ ਸਾਰੇ ਅਡੰਬਰ, ਸਾਰੇ ਕਰਮ ਕਾਂਡ ਨਿਰਫਲ ਨੇ, ਜੇ ਮਨ ਵਿੱਚ ਰੱਤੀ ਮਾਤਰ ਵੀ ਉਸ ਪਰਮਾਤਮਾ ਦੇ ਪ੍ਰੇਮ ਦਾ, ਨਾਮ ਦਾ ਰੰਗ ਨਹੀਂ ਹੈ। ਪਹਿਲੇ ਸਵਈਏ ਵਿੱਚ ਜੋਗੀ, ਜੰਗਮ, ਸੰਨਿਆਸੀ, ਸਰੇਵੜੇ, ਜੈਨੀ, ਬੋਧੀ ਸਾਰਿਆਂ ਦਾ ਜ਼ਿਕਰ ਕੀਤਾ, ਤੇ ਨਾਲ ਕਿਹਾ ਸੀ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੁਣ ਤੇ ਏਕ ਰੱਤੀ ਬਿਨ ਏਕ ਰੱਤੀ ਕੇ। ਫਿਰ 2 ਸਵਈਏ ਆਏ ਜਿਨ੍ਹਾਂ ਦੇ ਵਿੱਚ ਰਾਜ ਸ਼ਕਤੀ, ਰਾਜ ਮਾਰਗ ਤੇ ਚੱਲਣ ਵਾਲਿਆਂ ਦਾ ਜ਼ਿਕਰ ਆਇਆ। ਉਹਨਾਂ ਨੂੰ ਵੀ ਸਤਿਗੁਰਾਂ ਨੇ ਕਿਹਾ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ। ਪਰਮਾਤਮਾ ਦੀ ਇਬਾਦਤ ਤੋਂ ਬਿਨਾਂ ਇੰਨੇ ਵੱਡੇ ਰਾਜੇ ਅਖੀਰ ਮੌਤ ਦੇ ਘਰ ਚਲੇ ਗਏ। ਮੌਤ ਆਈ, ਸਭ ਦਰਵਾਜ਼ੇ ਭੰਨ, ਸਾਰੇ ਦਰਵਾਜ਼ੇ ਕਿਲੇ ਤੋੜ ਕੇ, ਦੀਵਾਰਾਂ ਨੂੰ ਤੋੜ ਕੇ ਲੈ ਗਏ। ਕੱਲ ਜਿਹੜਾ ਚੌਥਾ ਸਵਈਆ, ਇਹਦੀ ਇਸ ਸਵਈਏ ਨੇ ਪਹਿਲੇ ਸਵਈਏ ਦੀ ਵਿਚਾਰ ਕੀਤੀ। ਉਹਦੇ ਵਿੱਚ ਵੀ ਧਾਰਮਿਕ ਲੋਕਾਂ ਨੇ ਜਿਹੜੇ ਅਲੱਗ-ਅਲੱਗ ਮਾਰਗ ਬਣਾ ਕੇ ਉਹਨਾਂ 'ਚ ਰੰਗੇ ਆ, ਉਸੇ ਗੱਲ ਨੂੰ ਅੱਗੇ ਤੋਰਦਿਆਂ ਸਤਿਗੁਰਾਂ ਨੇ ਚੌਥੇ ਸਵਈਏ ਵਿੱਚ ਹੀ ਉਹਨਾਂ ਦਾ ਜ਼ਿਕਰ ਕੀਤਾ। ਤੀਰਥ ਨਾਨ ਦਇਆ ਦਮਦਾਨ, ਸੁਸੰਜਮ ਨੇਮ ਅਨੇਕ ਬਸੇਖਿਆ, ਵੇਦ ਪੁਰਾਨ ਕਤੇਬ ਕੁਰਾਨ। ਇੱਦਾਂ ਦੀਆਂ ਸਾਰੀਆਂ ਬਾਤਾਂ ਪਾਈਆਂ, ਤੇ ਨਾਲ ਕਿਹਾ ਪੌਣ ਆਹਾਰ ਜਤੀ ਜਤ ਧਾਰ। ਇਹ ਕਰਮ ਕਾਂਡਾਂ 'ਚ ਹੀ ਆ ਗਏ, ਜਿਨ੍ਹਾਂ ਨੇ ਇੰਨੇ ਮਾਰਗ ਬਣਾਏ, ਇੰਨੇ ਅਲੱਗ-ਅਲੱਗ ਮੱਤ ਸੀ ਜਿਨ੍ਹਾਂ ਦੇ, ਉਸ ਮੱਤ ਵਿੱਚ ਪੌਣ ਆਹਾਰ, ਪੌਣਾਹਾਰੀ ਵੀ ਆਏ, ਜਿਹੜੇ ਕਹਿੰਦੇ ਅਸੀਂ ਕੁਝ ਖਾਂਦੇ ਨਹੀਂ,
ਸਿਰਫ ਪੌਣ ਹਵਾ ਦੇ ਆਸਰੇ ਆਪਣਾ ਜੀਵਨ ਬਸ਼ਰ ਕਰ ਰਹੇ ਹਾਂ। ਕਬੀਰ ਸਾਹਿਬ ਨੇ ਇੱਕ ਬੜਾ ਪਿਆਰਾ ਬਚਨ ਬਖਸ਼ਿਆ, ਜਿਹੜੇ ਇਦਾਂ ਦੇ ਕਰਮ ਕਾਂਡਾਂ 'ਚ ਫਸਿਆ ਉਹਨਾਂ ਲਈ, ਪਰਮਾਤਮਾ ਦੀ ਬੰਦਗੀ ਛੱਡ ਕੇ, ਪਰਮੇਸ਼ਰ ਦਾ ਸਿਮਰਨ ਛੱਡ ਕੇ, ਉਸ ਵਾਹਿਗੁਰੂ ਦੀ ਇਬਾਦਤ ਨੂੰ ਛੱਡ ਕੇ ਕੱਲੇ ਕਰਮ ਕਾਂਡ, ਫੋਕਟ ਕਰਮ ਕਾਂਡਾਂ ਵਿੱਚ ਜਿਹੜੇ ਫਸੇ ਹੋਇਆ, ਉਹਨਾਂ ਲਈ ਕਬੀਰ ਸਾਹਿਬ ਕਹਿ ਰਹੇ ਆ, ਜੇ ਕੋਈ ਇਹ ਸੋਚਦਾ ਹੋਵੇ ਕਿ ਰੱਬ ਦੀ ਬੰਦਗੀ ਨਾ ਕਰਾਂ ਤੇ ਮੈਂ ਬਿਨਾਂ ਕੱਪੜਿਆਂ ਤੋਂ ਰਹਿ ਲਵਾਂ, ਰੱਬ ਮਿਲ ਜਾਏਗਾ। ਕਬੀਰ ਸਾਹਿਬ ਕਹਿੰਦੇ ਨਹੀਂ ਹੋ ਸਕਦਾ। ਜੇ ਇਦਾਂ ਰੱਬ ਮਿਲਣਾ ਹੋਵੇ, ਤੁਸੀਂ ਜੰਗਲਾਂ ਵਿੱਚ ਜਾ ਕੇ ਵੇਖੋ, ਜਿੰਨੇ ਜਾਨਵਰ ਨੇ ਉੱਥੇ, ਮਿਰਗ ਨੇ, ਹਰਨ ਨੇ, ਹਾਥੀ ਨੇ, ਘੋੜੇ, ਚੀਤੇ, ਜੋ ਵੀ ਹੈ, ਸਭ ਬਿਨਾਂ ਕੱਪੜਿਆਂ ਤੋਂ ਨੇ, ਨਗਨ ਨੇ। ਉਹਨਾਂ ਨੂੰ ਫਿਰ ਰੱਬ ਕਿਉਂ ਨਹੀਂ? ਜੇ ਕੋਈ ਸੋਚੇ ਕਿ ਮੈਂ ਨੰਗੇ ਪੈਰੀ ਰਹਿ ਲਵਾਂ ਤਾਂ ਰੱਬ ਮਿਲ ਲਏਗਾ, ਜੇ ਕੋਈ ਸਰੀਰ ਉੱਤੇ ਚੰਮ ਵੀ ਲਪੇਟ ਲਵੇ, ਹੋਰ ਵੀ ਬੜੇ ਓੜ ਪੁੜ ਸਰੀਰ ਦੇ ਉੱਪਰ ਕਰ ਲਵੇ, ਕਈ ਸੁਆਹ ਵੀ ਮਲਦੇ ਆ, ਕਈ ਗਰਮੀਆਂ ਵਿੱਚ ਕੰਬਲ ਲਈ ਫਿਰਦੇ ਆ, ਕਈ ਸਰਦੀਆਂ ਵਿੱਚ ਨਗਨ ਫਿਰਦੇ ਆ। ਇਦਾਂ ਦੇ ਬੜੇ ਅਜੀਬ ਕਿਸਮ ਦੇ ਕਰਮ ਕਰ ਰਹੇ ਆ ਲੋਕ। ਪਿੱਛੇ ਮਿਸ਼ਨ ਉਹ ਸੋਚਦੇ ਆ ਵੀ ਰੱਬ ਸ਼ਾਇਦ ਐਵੇਂ ਮਿਲ ਜਾਏ, ਰੱਬ ਦੀ ਬੰਦਗੀ ਤੋਂ ਬਿਨਾਂ ਜੋ ਇਵੇਂ ਕਰ ਰਹੇ ਆ। ਜੇ ਇਹਨਾਂ ਵਿੱਚੋਂ ਕੋਈ ਇਹ ਸੋਚੇ ਕਿ ਸਿਰ ਮੁੰਡਨ ਕਰਵਾਉਣ ਨਾਲ ਪਰਮਾਤਮਾ ਮਿਲਦਾ ਹੈ, ਜਿਵੇਂ ਜੈਨ ਮਤ ਵਿੱਚ ਵੀ ਆਪਾਂ ਵੇਖਦੇ ਹਾਂ, ਉਹ ਰੋਮ ਪੱਟਦੇ ਆ, ਨਾਲ ਕਹਿੰਦੇ ਆ ਪਹਿਲਾਂ ਦੁੱਖ ਫਿਰ ਸੁੱਖ, ਕਿ ਇਹਨਾਂ ਰੋਮਾਂ ਨੂੰ ਵੀ ਸ਼ਾਇਦ ਉਹਨਾਂ ਨੂੰ ਲੱਗਦਾ ਵੀ ਇਹ ਰੱਬ ਦੇ ਮਿਲਾਪ ਵਿੱਚ ਕੋਈ ਰੁਕਾਵਟ ਨੇ, ਜਦ ਕਿ ਪਰਮਾਤਮਾ ਦੇ ਵੀ ਰੋਮ ਨੇ, ਪਰਮਾਤਮਾ ਦੇ ਵੀ ਸੋਹਣੇ ਲੰਮੇ ਲੰਮੇ ਵਾਲ। ਮੈਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਆ, ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ। ਪਰਮਾਤਮਾ ਨੇ ਸਾਨੂੰ ਆਪਣੇ ਵਰਗੇ ਬਣਾਇਆ। ਸਾਡਾ ਮਾਂ ਬਾਪ ਜੇ ਪਰਮਾਤਮਾ, ਤੇ ਇਹ ਕੁਦਰਤੀ ਬਾਤ ਹੈ, ਬੱਚਾ ਮਾਪਿਆਂ ਵਰਗਾ ਹੀ ਹੁੰਦਾ ਹੈ। ਜੇ ਸਾਡਾ ਮਾਤਾ ਪਿਤਾ ਪਰਮਾਤਮਾ ਹੈ, ਅਸੀਂ ਉਹਦੀ ਔਲਾਦ ਹੈ, ਗ੍ਰਿਸਤਨ ਮੇ ਤੋਂ ਵੱਡੋ ਗ੍ਰਿਸਤੀ, ਫਿਰ ਅਸੀਂ ਉਹਦੇ ਵਰਗੇ ਹਾਂ। ਫਿਰ ਇਹਦੇ ਵਿੱਚ ਇਹ ਵਹਿਮ ਕਿਉਂ ਆ ਵੀ ਸ਼ਾਇਦ ਰੱਬ ਨੇ ਕੁਝ ਗਲਤ ਕਰ ਦਿੱਤਾ? ਚਲੋ ਕਈਆਂ ਨੇ ਇਹਨੂੰ ਵੀ ਧਰਮ ਸਮਝਿਆ ਵੀ ਰੋਮਾਂ ਦੀ ਬੇਪਤੀ ਕਰੋ, ਸਿਰ ਮੁੰਡਨ ਕਰਵਾ ਲਓ, ਖਰੇ ਰੱਬ ਇਦਾਂ ਮਿਲ ਜਾਏਗਾ। ਉਹਨਾਂ ਨੇ ਵੀ ਇਹ ਸਭ ਕੁਝ ਕੀਤਾ। ਲੇਕਿਨ ਕਬੀਰ ਸਾਹਿਬ ਹੁਣ ਉਦਾਹਰਨਾਂ ਬੜੇ ਅਜੀਬ ਕਿਸਮ ਦੀਆਂ ਦੇ ਰਹੇ ਆ। ਕਹਿੰਦੇ ਸਿਰ ਮੁੰਡਨ ਕਰਵਾਉਣ ਨਾਲ ਜੇ ਰੱਬ ਮਿਲਦਾ ਹੈ, ਫਿਰ ਭੇਡ ਦੇ ਥੋੜੀ ਜਿਹੀ ਜਦੋਂ ਹੀ ਉੱਨ ਆਉਂਦੀ ਆ ਉਸੇ ਵੇਲੇ ਲਾਹ ਦਿੱਤੀ ਜਾਂਦੀ ਆ, ਫਿਰ ਉਹਨੂੰ ਰੱਬ ਕਿਉਂ ਨਹੀਂ ਮਿਲਿਆ? ਜੇ ਕੋਈ ਗ੍ਰਸਤ ਨੂੰ ਤਜ ਕੇ ਬ੍ਰਹਮਚਾਰੀ ਬਚਪਨ ਤੋਂ ਅਖੀਰ ਤੱਕ ਕੋਈ ਬ੍ਰਹਮਚਾਰੀ ਰਹਿ ਕੇ ਕਵੇ ਰੱਬ ਮਿਲ ਜਾਂਦਾ ਹੈ, ਤੇ ਉਹਨਾਂ ਨੇ ਕਿਹਾ ਫਿਰ ਖੁਸਰੇ ਨੂੰ ਰੱਬ ਕਿਉਂ ਨਹੀਂ ਮਿਲਿਆ? ਇਹੋ ਜਿਹੀਆਂ ਉਦਾਹਰਨਾਂ ਦੇ ਕੇ ਕਬੀਰ ਸਾਹਿਬ ਨੇ ਕਿਹਾ, ਅਖੀਰ ਤੇ ਨਿਰਣਾ ਇਹੀ ਦਿੱਤਾ ਕਿ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਰੱਬ ਨਹੀਂ ਮਿਲ ਸਕਦਾ। ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਜੇ ਕੋਈ ਨਗਨ ਰਹਿ ਕੇ ਰੱਬ ਪਾਉਣਾ ਚਾਹੁੰਦਾ, ਫਿਰ ਬਨਸਪਤੀ ਦੇ ਸਾਰੇ ਮਿਰਗ ਹੀ ਰੱਬ ਨੂੰ ਮਿਲ ਜਾਣ, ਬ੍ਰਹਮ ਗਿਆਨੀ ਹੋ ਜਾਣ। ਕਿਆ ਨਾਗੇ ਕਿਆ ਵਾਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ। ਤੇ ਭਾਵੇਂ ਨੰਗੇ ਪੈਰੀ ਰਹਿ, ਤੇ ਭਾਵੇਂ ਜੋੜਾ ਪਾ, ਭਾਵੇਂ ਨਗਰ ਰਹਿ, ਭਾਵੇਂ ਕੱਪੜੇ ਪਾ, ਕੋਈ ਫਰਕ ਨਹੀਂ, ਜਿੰਨੀ ਦੇਰ ਤੱਕ ਆਤਮ ਚੀਨਸ, ਪਰਮਾਤਮਾ ਦਾ ਨਾਮ ਤੇਰੀ ਆਤਮਾ ਵਿੱਚ ਨਹੀਂ, ਤੇਰੀ ਸੁਰਤ ਵਿੱਚ ਨਹੀਂ, ਤੇਰੇ ਹਿਰਦੇ ਵਿੱਚ ਨਹੀਂ। ਮੂੰਡ ਮੁੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਕਹਿਣ ਲੱਗੇ ਬਿੰਦ ਰਾਖ ਜੋ ਤਰੀਐ ਭਾਈ, ਖੁਸਰੈ ਕਿਉਂ ਨਾ ਪਰਮਗਤ ਪਾਈ। ਜੇ ਇਦਾਂ ਦੇ ਕੋਈ ਕਰਮ ਕਰਕੇ ਉਹਨਾਂ ਲਈ, ਜਿਵੇਂ ਕੱਲ ਮਹਾਰਾਜ ਨੇ ਕਿਹਾ, ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰ ਕ ਦੇਖਿਆ। ਕੋਈ ਪੌਣਾ ਹਾਰੀ ਹੋਵੇ, ਉਹ ਕਵੇ ਰੱਬ ਮਿਲ ਜਾਏਗਾ, ਲੇਕਿਨ ਬੰਦਗੀ ਨਹੀਂ ਮੈਂ ਕਰਨੀ, ਸਿਮਰਨ ਨਹੀਂ ਕਰਨਾ, ਨਹੀਂ ਮਿਲ ਸਕਦਾ। ਇੰਨਾ ਕੁਛ ਖੁਸਰੈ ਕਿਉਂ ਨਾ ਪਰਮਗਤ ਪਾਈ। ਕਹੋ ਕਬੀਰ ਅੰਤ ਤੇ ਹੁਣ ਨਿਰਣਾ ਕੀ ਦੇ ਰਿਹਾ, ਸੁਨੋ ਨਰ ਭਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਅਖੀਰ ਤੇ ਕਬੀਰ ਸਾਹਿਬ ਕਹਿੰਦੇ ਆ, ਹੇ ਭਾਈ ਜਨੋ ਸੁਣੋ, ਪਰਮਾਤਮਾ ਦੀ ਇਬਾਦਤ ਤੋਂ ਬਿਨਾਂ ਦੱਸੋ ਤਾਂ ਸਹੀ ਕਿਹਨੇ ਮੁਕਤੀ ਨੂੰ ਪਾਇਆ? ਕਿਹੜਾ ਜਿਉਂਦੇ ਜੀ ਮੁਕਤ ਹੋਇਆ ਉਹਦੀ ਇਬਾਦਤ ਤੋਂ ਬਿਨਾਂ, ਉਹਦੇ ਸਿਮਰਨ ਤੋਂ ਬਿਨਾਂ?
ਤੇ ਇਹੋ ਜਿਹੇ ਕਰਮ ਕਾਂਡਾਂ ਦਾ, ਵੈਸੇ ਕਬੀਰ ਸਾਹਿਬ ਦੀ ਬੜੀ ਕ੍ਰਾਂਤੀਕਾਰੀ ਵਿਚਾਰਧਾਰਾ, ਕਦੇ ਭਗਤ ਬਾਣੀ ਦੇ ਦਰਸ਼ਨ ਜਦੋਂ ਹੋਣ ਤੇ ਬੜੇ ਕ੍ਰਾਂਤੀਕਾਰੀ ਫੈਸਲੇ ਦਿੱਤੇ ਆ ਕਬੀਰ ਸਾਹਿਬ ਨੇ। ਉਸ ਵੇਲੇ ਇੰਨਾ ਵਿਰੋਧ ਹੋਣ ਦੇ ਬਾਵਜੂਦ ਹੁਣ ਇਹੋ ਜਿਹੀਆਂ ਗੱਲਾਂ ਇੱਕ ਐਲਾਨੀਆਂ ਤੌਰ ਤੇ, ਜਨਤਕ ਤੌਰ ਤੇ ਕਹਿਣੀਆਂ, ਜਦੋਂ ਉਹਨਾਂ ਸਮਿਆਂ 'ਚ ਇਹ ਕਰਮਕਾਂਡ ਬੜੇ ਵੱਡੇ ਲੈਵਲ ਤੇ ਚੱਲ ਰਹੇ ਆ, ਬੜੇ ਵੱਡੇ ਪੈਮਾਨੇ ਤੇ ਚੱਲ ਰਹੇ ਆ, ਤੇ ਬੈਠੇ ਵੀ ਉੱਥੇ ਆ ਜਿੱਥੇ ਇਹਨਾਂ ਕਰਮਕਾਂਡਾਂ ਦਾ ਗੜ੍ਹ ਹੈ, ਬਨਾਰਸ ਦੀ ਧਰਤੀ, ਉੱਥੇ ਰਹਿ ਕੇ ਉਹ ਐਡੇ ਕ੍ਰਾਂਤੀਕਾਰੀ ਖਿਆਲ ਦੇ ਰਹੇ ਆ। ਡਰ ਤਾਂ ਨਹੀਂ, ਕਿਉਂਕਿ ਜਪ ਉਹਨੂੰ ਰਹੇ ਆ ਜਿਹੜਾ ਕਿਸੇ ਤੋਂ ਵੀ ਨਹੀਂ ਡਰਦਾ। ਨਿਰਭਉ ਜਪੈ ਤਾਂ ਸਗਲ ਭਉ ਮਿਟੈ। ਜਿਹੜਾ ਨਿਰਭਉ ਨੂੰ ਜਪੇਗਾ ਉਹਨੂੰ ਕੋਈ ਡਰ ਰਹਿ ਹੀ ਨਹੀਂ ਸਕਦਾ। ਫਿਰ ਮਾਰਨ ਦਾ ਯਤਨ ਵੀ ਕੀਤਾ ਤੇ ਪ੍ਰਮਾਤਮਾ ਨੇ ਦੱਸਿਆ ਕਿ ਸੇਵਕ ਕੋ ਨਿਕਟੀ ਹੋਏ ਦਿਖਾਵੇ, ਨੇੜੇ ਹੋ ਕੇ ਵਰਤੇ। ਸਾਕਸ਼ਾਤ ਪ੍ਰਤੱਖ ਸਾਰੇ ਉਹ ਵਰਤਾਰੇ ਵਰਤੇ। ਲੇਕਿਨ ਕਬੀਰ ਸਾਹਿਬ ਨੇ ਜੋ ਸੱਚ, ਵੇਲੇ ਦਾ ਸੱਚ, ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਸੱਚ ਸੁਣਾਏ ਸੀ ਸੱਚ ਕੀ ਬੇਲਾ। ਅੱਜ ਕਿਸੇ ਦਾ ਕੇਸ ਅਦਾਲਤ ਵਿੱਚ ਹੋਵੇ, ਜੱਜ ਕਵੇ ਅੱਜ ਗਵਾਹ ਆ ਕੇ ਗਵਾਹੀ ਦੇ ਦੇ, ਤੈਨੂੰ ਬਰੀ ਕਰ ਦਿਆਂਗਾ। ਜੱਜ ਇਹ ਸ਼ਰਤ ਰੱਖੇ, ਤੂੰ ਨਿਰਦੋਸ਼ ਹੈ ਨਾ, ਜਿਹੜਾ ਸਾਹਮਣੇ ਕਹਿ ਰਿਹਾ ਗੁਨਾਹਗਾਰ ਜਿਹਨੂੰ ਸਾਬਤ ਕੀਤਾ ਜਾ ਰਿਹਾ, ਉਹ ਕਹਿੰਦਾ ਮੈਂ ਨਿਰਦੋਸ਼ ਹਾਂ। ਜੱਜ ਕਹਿੰਦਾ ਮੈਂ ਮੰਨ ਲਾਂਗਾ, ਕੋਈ ਗਵਾਹ ਲਿਆ ਅੱਜ ਆ ਕੇ ਗਵਾਹੀ ਦੇਵੇ, ਤੇਰਾ ਕੇਸ ਬਰੀ। ਤੇ ਜੇ ਗਵਾਹ ਕਵੇ ਜੀ ਮੈਂ 2-4 ਦਿਨਾਂ ਬਾਅਦ ਆਊਂਗਾ, ਅੱਜ ਤਾਂ ਨਹੀਂ ਆ ਸਕਦਾ, 2-4 ਦਿਨਾਂ ਬਾਅਦ ਕਿਹਨੇ ਵੇਖਣਾ। ਅੱਜ ਫੈਸਲੇ ਦੀ ਘੜੀ ਹੈ, ਅੱਜ ਵੇਲਾ ਸੀ ਅੱਜ ਸੱਚ ਬੋਲਣ ਦਾ। ਜੇ ਅੱਜ ਸੱਚ ਬੋਲਣ ਦੀ ਬਜਾਏ ਕਵੇ 4 ਦਿਨਾਂ ਨੂੰ ਬੋਲਾਂਗਾ, ਜਦ ਤੱਕ ਤਾਂ ਕੁਝ ਰਹਿਣਾ ਹੀ ਨਹੀਂ ਉੱਥੇ। ਜਦ ਤੱਕ ਹੋ ਸਕਦਾ ਉਹਨੂੰ ਫਾਂਸੀ ਦੇ ਫੰਦੇ ਤੇ ਲਟਕਾ ਦਿੱਤਾ ਹੈ, ਫਿਰ ਉਹਦਾ 4 ਦਿਨਾਂ ਬਾਅਦ ਬੋਲਿਆ ਹੋਇਆ ਸੱਚ ਕਿਸ ਕੰਮ ਆਏਗਾ। ਇਸ ਲਈ ਗੁਰੂ ਨਾਨਕ ਸਾਹਿਬ ਨੇ ਕਿਹਾ ਵੇਲੇ ਦਾ ਸੱਚ। ਜਿਹੜੀ ਗੱਲ ਜਿੱਥੇ ਕਹਿਣ ਦੀ ਜਦੋਂ ਲੋੜ ਹੈ ਉਹਨੂੰ ਉਸੇ ਵੇਲੇ ਕਹੋ। ਇਹ ਸ਼ਬਦ ਐਵੇਂ ਵੀ ਹੋ ਸਕਦਾ, ਕਬੀਰ ਕਾਲ ਕਰੰਤਾ ਅਬਹਿ ਕਰ ਅਬ ਕਰਤਾ ਸੋਇ ਤਾਲ। ਇਹ ਅੱਜ ਗੱਲ ਕਹਿਣ ਦੀ ਹੈ ਤਾਂ ਅੱਜ ਹੀ ਕਹੋ, ਹੁਣ ਕਹਿਣ ਦੀ ਹੈ ਤਾਂ ਹੁਣੇ ਹੀ ਕਹੋ। ਜੇ ਇਹਨੂੰ ਲੇਟ ਕਰਾਂਗੇ ਤਾਂ ਫਿਰ ਦੇਰੀ ਹੋ ਚੁੱਕੀ ਹੋਏਗੀ। ਅਸੀਂ ਕਈ ਵਾਰ ਵੇਲੇ ਦਾ ਸੱਚ ਬੋਲਣ ਤੋਂ ਕੰਨੀ ਕਤਰਾਉਂਦੇ ਰਹੇ, ਜਿਹਦੀ ਕਰਕੇ ਅੱਜ ਖਮਿਆਜਾ ਸਾਨੂੰ ਭੁਗਤਣਾ ਪੈ ਰਿਹਾ। ਜਿਵੇਂ ਜਿਵੇਂ ਜਦੋਂ ਸਾਡੇ ਕੌਮੀ ਪਰਵਾਨਿਆਂ ਨੇ, ਸਾਡੇ ਮਹਾਨ ਸੂਰਮਿਆਂ ਨੇ, ਯੋਧਿਆਂ ਜਰਨੈਲਾਂ ਨੇ, ਮਹਾਬਲੀ ਸੂਰਮਿਆਂ ਨੇ ਵੇਲੇ ਦਾ ਸੱਚ ਬੋਲਿਆ, ਵੇਲੇ ਵੇਲੇ ਦੇ ਸਮੇਂ ਦੇ ਹਾਲਾਤਾਂ ਨਾਲ ਹਰ ਤਰ੍ਹਾਂ ਦੀ ਉੱਦਾਂ ਦੀ ਚੁਣੌਤੀ ਨੂੰ ਉਸੇ ਰੂਪ ਵਿੱਚ ਜਦੋਂ ਕਬੂਲਿਆ, ਉਦੋਂ ਕੌਮ ਚੜ੍ਹਦੀ ਕਲਾ 'ਚ ਰਹੀ ਹੈ। ਜਦੋਂ ਵੇਲੇ ਦਾ ਸੱਚ ਬੋਲਣ ਤੋਂ ਕੰਨੀ ਕਤਰਾਉਣੀ ਸ਼ੁਰੂ ਕਰ ਦਿੱਤੀ ਤੇ ਅੰਦਰ ਵੜ ਕੇ ਫੈਸਲੇ ਹੋਰ ਹੋਣ ਲੱਗ ਗਏ, ਉਦੋਂ ਦੀ ਕੌਮ ਦਾ ਜਿਹੜਾ ਡਾਊਨਫਾਲ ਹੋਣਾ ਸ਼ੁਰੂ ਹੋ ਗਿਆ। ਖੈਰ ਇਹ ਚਲੋ ਇੱਕ ਵੱਖਰਾ ਪੱਖ ਹੈ। ਅੱਜ ਮਹਾਰਾਜ ਸਾਹਿਬ ਨੇ ਜਿਹੜਾ ਇਹ 5ਵਾਂ ਸਵਈਆ ਬਖਸ਼ਿਸ਼ ਕੀਤਾ ਹੈ, ਇਹਦੇ ਵਿੱਚ ਇੱਕ ਬੜੀ ਪਿਆਰੀ ਬਾਤ ਪਾਈ ਹੈ। ਪਹਿਲਾਂ 2 ਸ਼ਕਤੀਆਂ ਦਾ ਮਹਾਰਾਜ ਨੇ ਜ਼ਿਕਰ ਕੀਤਾ, ਇੱਕ ਭਗਤੀ ਮਾਰਗ ਤੇ ਚੱਲਣ ਵਾਲਿਆਂ ਦਾ, ਇੱਕ ਰਾਜ ਸ਼ਕਤੀ ਵਾਲਿਆਂ ਦਾ। ਸ਼ਕਤੀਆਂ ਦੋਵੇਂ ਹੀ ਆ। ਬੰਦੇ ਦੀ ਫਿਤਰਤ ਹੈ, ਉਹ ਸ਼ਕਤੀ ਹਾਸਲ ਕਰਨੀ ਚਾਹੁੰਦਾ ਹੈ, ਸ਼ਕਤੀ ਨੂੰ ਮੰਨਦਾ ਹੈ। ਕਿਸੇ ਬੰਦੇ ਕੋਲ ਕੋਈ ਅਹੁਦਾ ਹੈ, ਉਹ ਅਹੁਦੇ ਨੂੰ ਨਮਸਕਾਰ ਕਰਦਾ ਨਾ, ਉਹਦੀ ਸ਼ਕਤੀ, ਉਹਦੀ ਤਾਕਤ, ਉਹਦੀ ਪਾਵਰ ਨੂੰ ਨਮਸਕਾਰ ਹੈ, ਲੇਕਿਨ ਸ਼ਕਤੀਵਾਨ ਨੂੰ ਨਹੀਂ ਮੰਨਦਾ ਜਿਹਨੇ ਉਹਨੂੰ ਸ਼ਕਤੀ ਦਿੱਤੀ ਆ। ਆਹ ਵੱਡੀ ਦਿੱਕਤ ਹੈ, ਇਹ ਵੱਡੀ ਸਮੱਸਿਆ। ਇਸੇ ਕਰਕੇ ਲੋਕ ਸ਼ਕਤੀ ਇਕੱਠੀ ਕਰਨ ਦੀ ਲੱਗ ਗਏ ਵੀ ਇਹ ਦੁਨੀਆ ਝੁਕਦੀ ਹੋਈ ਸ਼ਕਤੀ ਅੱਗੇ ਹੈ। ਇਹ ਸ਼ਕਤੀਵਾਨ ਨੂੰ ਨਹੀਂ ਜਪਦੀ, ਇਹ ਸ਼ਕਤੀਵਾਨ ਅੱਗੇ ਨਹੀਂ ਆਉਂਦੀ। ਜਿਹੜਾ ਸਭ ਤੋਂ ਵੱਡਾ ਸ਼ਕਤੀਵਾਨ ਪ੍ਰਮਾਤਮਾ ਹੈ, ਉਹਦੇ ਅੱਗੇ ਨਹੀਂ ਝੁਕਦੀ। ਇਹ ਤੇ ਨਿੱਕੀਆਂ ਨਿੱਕੀਆਂ ਤਾਕਤਾਂ ਲਈ ਫਿਰਦੇ ਆ, ਉਹਨਾਂ ਅੱਗੇ ਝੁਕਦੇ ਆ ਲੋਕ। ਅੱਜ ਤੀਜੀ ਤਾਕਤ ਦਾ ਜ਼ਿਕਰ ਕਰਨ ਲੱਗੇ ਆ। 2 ਸ਼ਕਤੀਆਂ ਦਾ ਪਹਿਲਾਂ ਕੀਤਾ, ਇੱਕ ਭਗਤੀ, ਉਹ ਵੀ ਸ਼ਕਤੀ ਇਕੱਠੀ ਕਰ ਰਿਹਾ ਨਾ, ਰਿੱਧੀਆਂ ਸਿੱਧੀਆਂ ਇਕੱਠੀਆਂ ਕਰ ਲਈਆਂ। ਸਿੱਧਾਂ ਕੋਲੇ ਕੀ ਸੀ? ਸ਼ਕਤੀਆਂ ਹੀ ਸੀ ਨਾ, ਪਰ ਪਿੱਛੇ ਨਾਮ ਨਹੀਂ ਸੀ, ਪਿੱਛੇ ਸੁਪਰੀਮ ਪਾਵਰ ਨਹੀਂ ਸੀ। ਏਕੇ ਤੋਂ ਬਿਨਾਂ ਜ਼ੀਰੋਆਂ ਸੀ ਕੱਲੀਆਂ। ਕੱਲੀ ਜ਼ੀਰੋ ਦੀ ਕੀ ਵੈਲਿਊ ਆ? ਜਿੰਨੀ ਦੇਰ ਤੱਕ ਏਕਾ ਅੱਗੇ ਨਹੀਂ ਲੱਗਦਾ, ਉਹਦੇ ਪਿੱਛੇ ਜ਼ੀਰੋਆਂ ਭਾਵੇਂ 20 ਲਾ ਦਿਓ, ਕੋਈ ਵੈਲਿਊ ਨਹੀਂ। ਹਾਂ, ਅੱਗੇ ਏਕਾ ਲੱਗਿਆ ਹੋਵੇ, ਫਿਰ 1 ਜ਼ੀਰੋ ਵੀ 10 ਦੇਗੀ, ਵੀ 10 ਬਣ ਗਏ। 2 10 ਦੇਣਗੀਆਂ 100 ਬਣ ਗਿਆ, 3 ਦੱਸਣੀਆਂ 1000 ਬਣ ਗਿਆ, 5 ਦੱਸਣੀਆਂ ਲੱਖ ਬਣ ਗਿਆ। ਤੇ ਜੇ ਅੱਗੇ ਏਕਾ ਹੀ ਨਾ ਹੋਵੇ, ਫਿਰ ਕੱਲੀ ਜ਼ੀਰੋ ਦੀ ਕੀ ਵਿਆਖਿਆ ਹੋਏਗੀ? ਇੱਕ ਤੋਂ ਬਿਨਾਂ ਉਹ ਸਾਰਾ ਕੁਝ ਜ਼ੀਰੋਆਂ ਇਕੱਠੀਆਂ ਕਰੀ ਫਿਰਦੇ ਆ। ਗੁਰੂ ਨਾਨਕ ਸਾਹਿਬ ਕਹਿੰਦੇ ਰੱਬ ਦੀ ਇਬਾਦਤ ਭਗਤੀ ਸਿਮਰਨ ਤੋਂ ਬਿਨਾਂ ਤੁਹਾਡਾ ਇੱਕ ਅੱਖ ਵੀ ਕਿਸੇ ਕੰਮ ਨਹੀਂ ਹੈ, ਜ਼ੀਰੋ ਹੈ। ਏਕ ਰੱਤੀ ਬਿਨ ਏਕ ਰੱਤੀ ਕੇ, ਇੱਕ ਪਰਮਾਤਮਾ ਦੇ ਰੰਗ ਵਿੱਚ ਰੰਗੇ ਤੋਂ ਬਿਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇੱਕ ਰੱਤੀ ਵੀ ਕੀਮਤ ਨਹੀਂ। 7-8 ਚੌਲਾਂ ਦੀ ਰੱਤੀ ਹੁੰਦੀ ਹੈ, ਉਹ ਤੋਂ ਵੀ ਹੌਲਾ ਐਡੇ ਵੱਡੇ। ਹੁਣ ਉਹ ਸਾਹਮਣੇ ਜਿਹਦੇ ਕੋਲੇ ਰੱਬੀ ਇਬਾਦਤ ਨਹੀਂ,
ਤੇ ਸੰਸਾਰ ਵਿੱਚੋਂ ਜਿੱਡਾ ਵੱਡਾ ਮਰਜ਼ੀ ਬੰਦਾ ਹੋਵੇ, ਉਹਦੀ ਵੀ ਕੀਮਤ ਇੱਕ ਰੱਤੀ ਤੋਂ ਘੱਟ ਹੀ ਹੈ, ਉਹ ਤੋਂ ਵੀ ਘੱਟ ਪਰਮਾਤਮਾ ਦੇ ਘਰ ਵਿੱਚ। ਤੇ ਮਹਾਰਾਜ ਕਹਿੰਦੇ ਆ ਪਰਮਾਤਮਾ ਦੀ ਭਾਈ ਇਬਾਦਤ ਤੋਂ ਬਿਨਾਂ, ਰਾਜ ਭਾਗ ਦੇ ਅਡੰਬਰ ਭਗਤੀ ਮਾ, ਇਹ ਸਾਰਾ ਕੁਝ ਤੇਰਾ ਵਿਅਰਥ ਹੈ। ਨਾਮ ਤੋਂ ਬਿਨਾਂ ਤਾਂ ਤੇਰੀ ਕੀਮਤ ਹੀ ਕਿਤੇ ਨਹੀਂ ਪੈਣੀ। ਨਾਮ ਤੋਂ ਬਿਨਾਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਚੀਆਂ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਚੀਆਂ। ਤਾਂ ਮਹਾਰਾਜ ਸਾਹਿਬ ਕਹਿ ਰਿਹਾ ਹੁਣ ਆ ਜਿਹੜੀ ਤੀਜੀ ਸ਼ਕਤੀ, ਇਸ ਤੀਜੀ ਸ਼ਕਤੀ ਦੇ ਵਿੱਚ ਜਿਹੜਾ ਜ਼ਿਕਰ ਹੈ ਉਹ ਮਹਾਬਲੀ ਯੋਧਿਆਂ ਦਾ, ਸੂਰਮਿਆਂ ਦਾ ਜ਼ਿਕਰ ਹੈ। ਸੂਰਮਾ ਵੀ ਤਾਕਤ ਹੈ ਨਾ, ਸੂਰਮਾ ਵੀ ਇੱਕ ਸ਼ਕਤੀ ਹੈ। ਇੱਕ ਮਹਾਬਲੀ ਯੋਧਿਆਂ ਦੀ ਫੌਜ ਨਾਲ ਰੱਖਣੀ, ਬੰਦਾ ਆਪਣੀ ਤਾਕਤ ਦਾ ਜਿਹੜਾ ਪ੍ਰਦਰਸ਼ਨ ਕਰਦਾ ਹੈ। ਅੱਜ VIP ਲੋਕਾਂ ਨਾਲ ਕਿੰਨੇ ਸਿਕਿਉਰਿਟੀ ਵਾਲੇ ਹੁੰਦੇ ਆ, ਕਿੰਨੀ ਉਹਨਾਂ ਨਾਲ ਗਾਰਡ ਹੁੰਦੀ ਆ, ਕਿੰਨੇ ਕਮਾਂਡੋ ਹੁੰਦੇ ਆ। ਉਹ ਇੱਕ ਇੰਨੇ ਸੂਰਮਿਆਂ ਦੇ ਸਿਰ ਤੇ ਆਪਣੀ ਤਾਕਤ ਵਿਖਾ ਰਿਹਾ ਕਿ ਮੇਰੀ ਤਾਕਤ ਕੀ ਹੈ। ਪਹਿਲੇ ਰਾਜੇ ਮਹਾਰਾਜਿਆਂ ਕੋਲੇ ਹਜ਼ਾਰਾਂ ਦੀ ਗਿਣਤੀ ਵਿੱਚ ਕੋਈ ਘੋੜਿਆਂ ਤੇ ਜਿਹੜੇ ਸਵਾਰ ਉਹ ਸਿਪਾਹੀ ਨੇ, ਕੋਈ ਪੈਦਲ ਚੱਲਣ ਵਾਲੇ ਸਿਪਾਹੀ ਨੇ। ਤੇ 12 ਜੋਜਨ ਛਤਰ ਚੱਲੇ ਤਾਂ, ਜਿਨ੍ਹਾਂ ਦਾ 12 ਜੋ 48 ਕੋਹ ਬਣਦਾ 12 ਜੋਜਨ। ਵਿਚਾਲੇ ਰਾਜੇ ਦਾ ਰੱਥ ਹੈ, 24 ਕੋਹ ਅੱਗੇ ਹੈ ਫੌਜ ਦੇ, 24 ਕੋਈ ਪਿੱਛੇ, ਵਿਚਾਲੇ ਰੱਥ। ਇੰਨੇ ਵੱਡੇ ਸਿਪਾਹ ਸਲਾਰਾਂ ਦੇ ਵਿੱਚ ਉਹ ਜਾ ਰਿਹਾ, ਐਡੇ ਵੱਡੇ ਛਤਰ ਛਾਇਆ ਦੇ ਵਿੱਚ ਜਾ ਰਿਹਾ। ਤਾਂ ਵੀ ਮਹਾਰਾਜ ਕਹਿੰਦੇ ਨੇ 12 ਜੋਜਨ ਛਤਰ ਚੱਲੇ ਤਾਂ ਦੇਹੀ ਗਿਰਜ ਨਾ ਖਾਏ। ਅੱਜ ਉਹ ਪਿਆ ਕਬਰਸਤਾਨਾਂ 'ਚ ਸਰੀਰਾਂ ਨੂੰ, ਗਿਰਜਾਂ ਵੀ ਨਹੀਂ ਖਾ ਰਿਹਾ, ਕਿਉਂਕਿ ਨਾਮ ਨਹੀਂ ਜਪਿਆ, ਨਾਮ ਨਹੀਂ ਜਪਿਆ ਹੋਇਆ, ਸਿਮਰਨ ਨਹੀਂ ਕੀਤਾ ਹੋਇਆ। ਗਿਰਜਾਂ ਨੂੰ ਵੀ ਇੱਕੋ ਜਾਨਵਰ ਦੀਆਂ, ਕਿਉਂਕਿ ਮਹਾਰਾਜ ਨੇ ਚਿੜੀਆਂ ਦੀਆਂ ਉਦਾਹਰਨਾਂ, ਬੰਬੀਹੇ ਦੀ ਉਦਾਹਰਨ, ਕੁੱਤੇ ਦੀ ਉਦਾਹਰਨ, ਮੱਛੀ ਦੀ ਉਦਾਹਰਨ, ਕਿੰਨੀਆਂ ਉਦਾਹਰਨਾਂ ਦਿੱਤੀਆਂ ਜਦੋਂ ਰੱਬ ਦੀ ਪ੍ਰੀਤ ਦੀ ਗੱਲ ਆਈ। ਇਹ ਤਾਂ ਮਤਲਬ ਉਹਨਾਂ ਦੇ ਅੰਦਰ ਕੋਈ ਨਾ ਕੋਈ ਰੱਬ ਨੇ ਐਵੇਂ ਦਾ ਗੁਣ ਟਿਕਾਇਆ, ਕਿਸੇ 'ਚ ਵਫਾਦਾਰੀ ਦਾ। ਅੰਮ੍ਰਿਤ ਵੇਲੇ ਦਾ ਜਾਗਣਾ, ਤੂੰ ਚਿੜੀ ਨੂੰ ਪੁੱਛ, ਚਿੜੀ ਚੁਹਕੀ ਬਹੁ ਫੁੱਟੀ ਵਗਨ ਬਹੁਤ ਤਰੰਗ। ਰੱਬ ਨੂੰ ਅੰਮ੍ਰਿਤ ਵੇਲੇ ਉੱਠ ਕੇ ਧਿਆਈ ਦਾ, ਜਪੀ ਦਾ। ਬੰਬੀਹੇ ਨੂੰ ਪੁੱਛ, ਬੰਬੀਹਾ ਅੰਮ੍ਰਿਤ ਵੇਲੇ ਬੋਲਿਆ। ਪੰਛੀਆਂ ਦੀਆਂ ਉਦਾਹਰਨਾਂ, ਇਹਦਾ ਮਤਲਬ ਉਹਨਾਂ ਨੂੰ ਕਿਤੇ ਨਾ ਕਿਤੇ ਕੁਛ ਨਾ ਕੁਛ ਪਤਾ ਹੈ। ਤੇ ਗਿਰਜਾਂ ਨੂੰ ਵੀ ਪਤਾ, ਇਹ ਰਾਜਾ ਜਿਹਦੇ ਅੱਗੇ ਪਿੱਛੇ 12 ਜੋਜਨ ਛਤਰ ਚੱਲੇ ਥਾ, ਐਡੇ ਵੱਡੇ ਛਤਰਧਾਰੀ ਰਾਜੇ ਕੋਲੇ ਨਾਮ ਨਹੀਂ ਹੈ। ਇਹੋ ਜਿਹੇ ਸਰੀਰ ਨੂੰ ਖਾ ਕੇ ਪਹਿਲਾਂ ਹੀ ਮੈਂ ਨਖਿੱਧ ਜੂਨ 'ਚ, ਕਿਤੇ ਫੇਰ ਨਾ ਇਹਨਾਂ ਜੂਨਾਂ 'ਚ ਹੀ ਭਟਕਣਾ ਪੈ ਜਾਏ। ਇੱਕ ਜਾਨਵਰ ਨੂੰ ਵੀ ਪਤਾ ਵੀ ਮੈਂ ਕਿਹਦਾ ਮਾਂਸ ਖਾਣਾ ਹੈ। ਤੇ ਜੋਧੇ ਮਹਾਬਲੀ ਸੂਰਮਿਆਂ ਦੀ ਅੱਜ ਗੱਲ ਸਤਿਗੁਰੂ ਕਰ ਰਹੇ ਆ। ਸ਼ੁੱਧ ਸਿਪਾਹਾ, ਸ਼ੁੱਧ ਦਾ ਮਤਲਬ ਖਾਲਸ, ਇੱਕ ਪ੍ਰਤਿਆਇਆ ਹੋਇਆ, ਇੱਕ ਅਜ਼ਮਾਇਆ ਹੋਇਆ ਯੋਧਾ, ਜਿਹੜਾ ਆਪਾਂ ਕਹਿੰਦੇ ਨਾ ਵੀ ਇਹ ਬੜੇ ਮੈਦਾਨੇ ਜੰਗਾਂ ਵਿੱਚ, ਬੜੇ ਅਖਾੜਿਆਂ ਵਿੱਚ ਪਰਖਿਆ ਹੋਇਆ ਜੇਤੂ ਜਰਨੈਲ ਆ। ਇਹਦੀ ਤਾਕਤ ਤੇ ਬੜਾ ਮਾਣ ਹੈ, ਇਹਦੇ ਡੌਲਿਆਂ ਤੇ ਬੜਾ ਮਾਣ ਹੈ, ਕਿਉਂਕਿ ਅਸੀਂ ਬੜੇ ਅਖਾੜਿਆਂ 'ਚ ਵੇਖਿਆ ਜਿੱਤਿਆ ਹੋਇਆ ਹੈ। ਜਦੋਂ ਬਾਬਾ ਅਜੀਤ ਸਿੰਘ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬ, ਉਹਨਾਂ ਨੇ ਕਿਹਾ ਸਤਿਗੁਰੂ ਚਮਕੌਰ ਦੀ ਗੜ੍ਹ ਮੈਨੂੰ ਆਗਿਆ ਦਿਓ, ਮੈਂ ਮੈਦਾਨੇ ਜੰਗ ਵਿੱਚ ਜਾਣਾ। ਪਿਆਰੇ ਦਇਆ ਸਿੰਘ ਨੇ ਕਿਹਾ ਸਤਿਗੁਰੂ ਇੰਨੇ ਸਿੱਖ ਸਿੰਘ ਤੁਹਾਡੇ ਆਲੇ ਦੁਆਲੇ ਪੁੱਤਰਾਂ ਨੂੰ ਕਿਉਂ ਭੇਜ ਰਹੇ ਹੋ? ਬਾਬਾ ਅਜੀਤ ਸਿੰਘ ਦੀ ਤਾਂ ਜੋ ਉਮਰ ਹੀ ਪੌਣੇ 18 ਸਾਲ ਆ, ਬਾਹਰ ਵੇਖੋ ਕਿੱਡੀਆਂ ਕਿੱਡੀਆਂ ਉਮਰਾਂ ਵਾਲੇ ਜਰਨੈਲ ਨੇ, ਬੜੇ ਵੱਡੇ ਵੱਡੇ ਮਹਾਰਥੀ ਸੂਰਮਿਆਂ ਬਾਹਰ, ਇਹਨੂੰ ਛੋਟੇ ਜਿਹੇ ਨੂੰ ਕਿਉਂ ਭੇਜਦੇ ਹੋ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਦਇਆ ਸਿੰਘਾ, ਅਜੀਤ ਸਿੰਘ ਸਾਡਾ ਮੈਦਾਨਾਂ ਦਾ ਪਰਖਿਆ ਹੋਇਆ ਜਰਨੈਲ ਹੈ। ਇਹ ਬਸੀ ਪਠਾਣਾ ਦੇ ਹਾਕਮ ਤੋਂ ਇੱਕ ਬ੍ਰਾਹਮਣ ਦੀ ਘਰਵਾਲੀ ਨੂੰ ਛਡਾ ਕੇ ਲਿਆਉਂਦਾ, ਇਹ ਜਿੱਤ ਕੇ ਮੁੜਦਾ। ਮੈਂ ਹੋਰ ਵੀ ਨਿੱਕੀਆਂ ਨਿੱਕੀਆਂ ਲੜਾਈਆਂ 'ਚ ਵੇਖਿਆ, ਇਹ ਜੇਤੂ ਮੈਦਾਨਾਂ ਦਾ ਜੇਤੂ ਜਰਨੈਲ ਹੈ। ਇਹਦੇ ਤੇ ਮਾਣ ਹੈ, ਮੈਨੂੰ ਅੱਜ ਵੀ ਜਿੱਤ ਕੇ ਆਏਗਾ, ਪਰਖਿਆ ਹੋਇਆ ਮੇਰਾ। ਇਹਦੀ ਤਾਕਤ ਨੂੰ ਮੈਂ ਅਜਮਾਇਆ ਹੋਇਆ ਹੈ, ਇਹਦੀ ਤਾਕਤ ਅਜਮਾਈ ਹੋਈ ਹੈ। ਤਾਂ ਮਹਾਰਾਜ ਸਾਹਿਬ ਕਹਿੰਦੇ ਆ ਸੁੱਧ ਸਿਪਾਹਾ, ਸਿਪਾਹ ਜਿਹੜੇ ਸਿਪਾਹੀ, ਫੌਜ, ਸੈਨਾ, ਉਹ ਸੈਨਾ, ਉਹ ਫੌਜ ਜਿਹੜੀ ਅਜਮਾਈ ਹੋਵੇ, ਜਿਹੜੀ ਪਰਖੀ ਹੋਵੇ, ਜਿਹਦੇ ਤੇ ਮਾਣ ਹੋਵੇ। ਇੱਕ ਫੌਜ ਭਗਾਣੀ ਦੇ ਜੰਗ ਵਿੱਚ ਵੀ ਆਈ, ਚਲੋ ਪੀਰ ਬੁੱਧੂ ਸ਼ਾਹ ਨੇ ਉਹਨਾਂ ਦੀ ਜ਼ਿੰਮੇਵਾਰੀ ਲਈ, ਪਰ ਗੁਰੂ ਸਾਹਿਬ ਨੇ ਬੜਾ ਕੁਛ, ਇੱਕ ਇੱਕ ਘਟਨਾ ਦੇ ਵਿੱਚ ਬੜੇ ਬੜੇ ਰਹੱਸ ਖੋਲਣੇ ਹੁੰਦੇ ਆ, ਬੜੀਆਂ ਉਦਾਹਰਨਾਂ ਹੁੰਦੀਆਂ ਇੱਕ ਇੱਕ ਗੱਲ ਵਿੱਚ। ਆਪਾਂ ਕਈ ਵਾਰ ਇੱਕ ਜਾਂ ਦੋ ਪੱਖ ਹੀ ਦੇਖਦੇ ਰਹਿੰਦੇ ਆ। ਪੀਰ ਬੁੱਧੂ ਸ਼ਾਹ ਦੀ ਉੱਥੇ ਜਿਹੜੀ ਆ ਕਰਨੀ ਨਾਵੇਂ ਨੂੰ ਨਮਸਕਾਰ ਹੋਣੀ ਸੀ, ਤੇ ਉਹ ਕਾਇਰ ਲੋਕ ਜਿਹੜੇ ਦੂਸਰੇ ਪਾਸਿਓਂ ਇੱਧਰ ਆਏ, ਪਰ ਮਹਾਰਾਜ ਨੇ ਤਾਂ ਨਾ ਅਜਮਾਏ ਸੀ ਨਾ ਪਰਖੇ। ਸਿਰਫ ਪੀਰ ਬੁੱਧੂ ਸ਼ਾਹ ਨੇ ਕਿਹਾ, ਮਹਾਰਾਜ ਨੇ ਮੰਨ ਲਿਆ ਤੇ ਫਿਰ ਵਿੱਚੋਂ ਭੱਜ ਗਏ। ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ ਪੀਰ ਬੁੱਧੂ ਸ਼ਾਹ, ਇਹੋ ਜਿਹੇ ਨਮਕ ਹਰਾਮੀਆਂ ਦੇ ਕੀ ਤਾਕਤ ਹੈ ਮੇਰੇ ਸਿੱਖਾਂ ਦੇ ਸਾਹਮਣੇ ਖੜ ਜਾਣ? ਇਹਨਾਂ ਨੂੰ ਤਾਂ ਮਹੰਤ ਕਿਰਪਾਲ ਦਾਸ ਵਰਗੇ,
ਇਹਨਾਂ ਨੂੰ ਤਾਂ ਹਲਵਾਈਆਂ ਦਾ ਕੰਮ ਕਰਨ ਵਾਲੇ ਦਵਲ ਦੇਣਗੇ, ਜਿਨ੍ਹਾਂ ਦੇ ਅੰਦਰ ਕੋਈ ਕਿਸੇ ਤਰ੍ਹਾਂ ਦੀ ਵਫਾਦਾਰੀ ਦੀ ਗੱਲ ਨਹੀਂ ਹੈ, ਜਿਨ੍ਹਾਂ ਦੇ ਅੰਦਰ ਕਿਸੇ ਤਰ੍ਹਾਂ ਦੀ ਇਮਾਨਦਾਰੀ ਦੀ ਗੱਲ ਨਹੀਂ ਹੈ, ਉਹ ਸਿੱਖ ਫੌਜ ਦੇ ਸਾਹਮਣੇ ਨਹੀਂ ਖੜ ਸਕਦੇ, ਕਿਉਂਕਿ ਇਹ ਖਾਲਸ ਫੌਜ ਹੈ, ਇਹ ਇਮਾਨਦਾਰੀ ਦੀ ਫੌਜ ਹੈ, ਇਹ ਤਾਂ ਜਾਨਾਂ ਤਲੀ ਤੇ ਰੱਖ ਕੇ ਉਸ ਪਰਮਾਤਮਾ ਨੂੰ ਪਾਉਣ ਵਾਲੀ ਫੌਜ ਹੈ। ਇਹ ਨਸ਼ੇ ਕਰਨ ਵਾਲੇ ਕਿੱਥੋਂ ਖੜਨਗੇ? ਉਦੋਂ ਉਹਨਾਂ ਨੇ ਧੋਖਾ ਦਿੱਤਾ। ਖੈਰ ਪੀਰ ਬੁੱਧੂ ਸ਼ਾਹ ਨੇ ਵੱਡੀ ਉੱਥੇ ਕੁਰਬਾਨੀ ਕੀਤੀ, ਉਹਦੇ ਪੁੱਤ ਵੀ ਸ਼ਹੀਦ ਹੋਏ, ਉਹਦੇ ਕੁਝ ਮਰੀਦ ਵੀ ਸ਼ਹੀਦ ਹੋਏ। ਵੱਡਾ ਸਤਿਕਾਰ ਅੱਜ ਸਿੱਖ ਕੌਮ ਦੇ ਇਤਿਹਾਸਕ ਪੰਨਿਆਂ ਵਿੱਚ ਪੀਰ ਬੁੱਧੂ ਸ਼ਾਹ ਅਮਰ ਹੋਇਆ। ਔਰ ਐਡੀ ਖੁਸ਼ੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਿਲੀ, ਕੇਸਾਂ ਸਮੇਤ ਕੰਗਾ ਪੀਰ ਬੁੱਧੂ ਸ਼ਾਹ ਨੂੰ ਦਿੱਤਾ। ਅੱਜ ਵੀ ਅਸੀਂ ਦਰਸ਼ਨ ਕਰਦੇ ਹਾਂ ਉਸ ਕੰਗੇ ਦੇ, ਉਹਨਾਂ ਕੇਸਾਂ ਦੇ ਸਿਰਪਾਓ ਦਿੱਤਾ। ਇੰਨੀ ਕੁਰਬਾਨੀ ਤੋਂ ਬਾਅਦ, ਇੰਨੀ ਬਹਾਦਰੀ ਤੋਂ ਬਾਅਦ ਇਹ ਦਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ। ਤਾਂ ਸਤਿਗੁਰੂ ਕਹਿੰਦੇ ਆ, ਸੁਧ ਸਿਪਾਹ ਦੁਰੰਤ ਦੁਬਾਹ, ਜਿਹੜੀਆਂ ਫੌਜਾਂ ਨੇ, ਜਿਹੜੀਆਂ ਇਹ ਯੋਧੇ ਸੂਰਮੇ, ਜਿਨ੍ਹਾਂ ਦੇ ਬਾਹਾਂ ਵਿੱਚ ਬਹੁਤ ਬਲ ਹੋਵੇ, ਬਾਜੂ ਬਲੀ ਹੋਣ, ਇਹ ਤੀਜੀ ਸ਼ਕਤੀ ਹੈ। ਤੇ ਜ਼ਰੂਰੀ ਨਹੀਂ ਕਿ ਹਰ ਬਾਦਸ਼ਾਹ ਆਪ ਤਾਕਤਵਰ ਹੋਵੇ, ਉਹਦੀਆਂ ਬਾਹਾਂ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਚਲੋ ਸੈਨਾ ਵੀ ਤਕੜੀ ਹੈ, ਭਾਈ ਬਚਿੱਤਰ ਸਿੰਘ ਵਰਗਿਆ, ਭਾਈ ਉਦੇ ਸਿੰਘ ਵਰਗਿਆ, ਉੱਥੇ ਬੜੇ ਵੱਡੇ ਵੱਡੇ ਮਹਾਰਥੀ ਯੋਧੇ ਆ, ਪਰ ਆਪਣੀਆਂ ਬਾਹਾਂ ਵਿੱਚ ਵੀ ਬੜੀ ਜਾਨ ਹੈ। ਇਕੱਲੇ ਦੂਸਰਿਆਂ ਦੇ ਸਿਰ ਤੇ ਨਹੀਂ, ਆਪਣੀਆਂ ਇੰਨੀ ਜਾਨ। ਸਤਿਗੁਰਾਂ ਦਾ ਜਿਹੜਾ ਤੀਰ ਕਮਾਨ ਹੈ ਨਾ, 9 ਟੰਕੀ ਹੈ, ਉਹਨੂੰ 9 ਟੰਕੀ ਤੀਰ ਕਮਾਨ ਕਿਹਾ ਜਾਂਦਾ ਹੈ। ਕਿਤੇ ਟਾਂਕ ਸ਼ਬਦ ਦੇ ਅਰਥ ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਵਿੱਚ ਤੁਸੀਂ ਵੇਖਣੇ, ਇੱਕ ਟਾਂਕ 25 ਕਿਲੋ ਦਾ ਹੁੰਦਾ ਹੈ। ਜਿਹਦੀ ਬਾਂਹ 25 ਕਿਲੋ ਭਾਰ ਚੱਕਣ ਦੇ ਸਮਰੱਥ ਹੈ, ਉਹ ਇੱਕ ਟੰਕ ਦੇ ਤੀਰ ਕਮਾਨ ਨੂੰ ਚਲਾ ਸਕਦੀ ਹੈ। 2 ਟੰਕ 'ਚ 50 ਕਿਲੋ ਆ ਗਿਆ। ਜਿਹਦੀਆਂ ਬਾਹਾਂ 50 ਕਿਲੋ ਵਜਨ ਚੱਕ ਸਕਦੀਆਂ, ਉਹ 2 ਟੰਕੀ ਤੀਰ ਕਮਾਨ ਚਲਾ ਸਕਦੀਆਂ। ਤੇ 4 ਟੰਕ ਵਿੱਚ 100 ਕਿਲੋ 1 ਕੁਇੰਟਲ ਹੋ ਗਿਆ। ਜਿਹਦੀਆਂ ਬਾਹਾਂ ਇਹ 100 ਕੁਇੰਟਲ ਤੱਕ ਜਾਂ 4 ਟੰਕਾਂ ਵਾਲੇ ਵਿਦੇਸ਼ਾਂ ਵਿੱਚ ਅੱਜ ਵੀ ਤੀਰ ਕਮਾਨ ਮਿਲਦੇ ਆ, ਅਫਗਾਨਿਸਤਾਨ ਵੱਲ ਵੀ ਮਿਲਦੇ ਆ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ 225 ਕਿਲੋ ਵਜਨ ਬਣਦਾ ਉਸ ਤੀਰ ਕਮਾਨ, 9 ਟੰਕੀ ਜਿਹਨੂੰ ਤੀਰ ਕਮਾਨ ਕਿਹਾ ਜਾਂਦਾ, 225 ਕਿਲੋ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਆਪ ਹੀ ਚਲਾ ਸਕਦੇ ਸੀ, ਕਿਸੇ ਹੋਰ ਤੋਂ ਨਹੀਂ ਸੀ ਚੱਲਦਾ। ਕਿੱਡਾ ਬਲ ਹੋਏਗਾ ਬਾਹਾਂ ਦੇ ਵਿੱਚ। ਜਦੋਂ ਅਖੀਰਲੇ ਸਮੇਂ ਤੇ ਸਤਿਗੁਰਾਂ ਦੇ ਟਾਂਕੇ ਉਧੜਿਆ ਨਾ ਨੰਦੇੜ ਸਾਹਿਬ, ਉਦੋਂ ਵੀ ਉਸ ਦਿਨ ਉੱਥੇ ਪਠਾਣਾ ਨੇ ਆ ਕੇ ਇੱਕ ਟਾਂਚ ਕੀਤੀ, ਕਹਿੰਦੇ ਐਡੇ ਐਡੇ ਤੀਰ ਕਮਾਨ ਇਹ ਦਿਖਾਉਣ ਵਾਸਤੇ ਆ ਕਿ ਚਲਾ ਵੀ ਲੈਂਦੇ ਹੋ? ਇਹ ਚਲਾ ਵੀ ਸਕਦੇ ਹੋ? ਸਿੱਖ ਕਹਿੰਦੇ ਜੀ ਤਾਂ ਦਸਮ ਪਾਤਸ਼ਾਹ ਆਪ ਹੀ ਚਲਾਉਂਦੇ ਆ। ਕਹਿੰਦੇ ਅਸੀਂ ਤਾਂ ਮੰਨਾ ਜੇ ਚਲਾ ਕੇ ਵਿਖਾਉਣ। ਉਸ ਦਿਨ ਉਹੀ ਤੀਰ ਕਮਾਨ ਚਲਾਇਆ ਜਦੋਂ ਟਾਂਕੇ ਦੁਬਾਰਾ ਖੁੱਲ ਗਏ ਸੀ। ਫਿਰ ਮਹਾਰਾਜ ਨੇ ਕਿਹਾ ਹੁਣ ਕਿਸੇ ਹਕੀਮ ਨੂੰ ਨਾ ਬੁਲਾਇਓ, ਹੁਣ ਇਹ ਸਰੀਰ ਤਿਆਗਣ ਦਾ ਵੇਲਾ ਆ ਗਿਆ। ਤਾਂ ਕਹਿਣ ਦਾ ਮਤਲਬ ਸਤਿਗੁਰੂ ਪਾਤਸ਼ਾਹ ਜਿਹੜੇ ਆਮ ਕਈ ਬਾਦਸ਼ਾਹ ਨੇ, ਉਹਨਾਂ ਚੋਂ ਸਾਰੇ ਹੀ ਕੋਈ ਆਪਣੀਆਂ ਬਾਹਾਂ 'ਚ ਜਾਨ ਰੱਖਣ ਵਾਲੇ ਨਹੀਂ। ਉਹ ਤਕਰੀਬਨ ਸਾਰੀਆਂ ਆਪਣੀਆਂ ਫੌਜਾਂ ਤੇ ਸਿਪਾਹੀਆਂ ਦੇ ਸਿਰ ਤੇ ਚੱਲਣ ਵਾਲੇ ਹੁੰਦੇ। ਮੁਹੰਮਦ ਸ਼ਾਹ ਰੰਗੀਲੇ ਵਰਗੇ, ਨਾਦਰ ਸ਼ਾਹ ਨੇ ਹਜੇ ਪਤਾ ਹੀ ਲੱਗਿਆ ਵੀ ਨਾਦਰ ਸ਼ਾਹ ਦਿੱਲੀ ਵੱਲ ਨੂੰ ਆ ਰਿਹਾ, ਪਹਿਲਾਂ ਹੀ ਆਪਣੀਆਂ ਧੀਆਂ ਬੱਚੀਆਂ ਦੇ ਡੋਲੇ ਉਹਨੂੰ ਭੇਜ ਦਿੱਤੇ ਵੀ ਮੈਨੂੰ ਕਹੀ ਨਾ ਕੁਛ, ਆ ਲੈ ਜੋ ਤੂੰ ਕਵੇਂ ਮੈਂ ਕਰਨ ਲਈ ਤਿਆਰ ਹਾਂ। ਪਹਿਲਾਂ ਹੀ ਈਨ ਮੰਨ ਲਈ। ਇਦਾਂ ਦੇ ਵੀ ਆਏ ਆ, ਉਹ ਵੀ ਬਾਦਸ਼ਾਹ ਨੇ। ਸਤਿਗੁਰੂ ਕਹਿੰਦੇ ਆ ਜਿਹੜੇ ਨੇ ਹੁਣ ਗੁਰੂ ਸਾਹਿਬ, ਬਾਦਸ਼ਾਹ ਹੋਣਾ ਵੱਖਰੀ ਗੱਲ ਹੈ, ਇੱਕ ਵੀਰ ਯੋਧਾ ਹੋਣਾ, ਇੱਕ ਸੂਰਮਾ ਹੋਣਾ ਵੱਖਰੀ ਗੱਲ ਹੈ। ਗੁਰੂ ਸਾਹਿਬ ਕਹਿੰਦੇ ਮੈਂ ਕਰਮਕਾਂਡੀ ਲੋਕਾਂ ਨੂੰ ਸਮਝਾਇਆ, ਮੈਂ ਬਾਦਸ਼ਾਹਾਂ ਨੂੰ ਸਮਝਾਇਆ, ਮੈਂ ਉਹਨਾਂ ਜਿਨ੍ਹਾਂ ਦੇ ਦਰਵਾਜ਼ਿਆਂ ਤੇ ਹਾਥੀ ਹਿਣਕ ਰਹੇ ਆ, ਘੋੜੇ ਮਸਤ ਉੱਥੇ ਮਾਤੇ ਮਤੰਗ, ਉਹਨਾਂ ਦੇ ਘਰਾਂ ਵਿੱਚ, ਉਹਨਾਂ ਦੇ ਤਵੇਲਿਆਂ ਵਿੱਚ ਘੋੜੇ ਬੜੀ ਖੁਸ਼ੀ ਦੇ ਵਿੱਚ ਹਿਣਕ ਰਹੇ ਆ। ਮੈਂ ਇੰਨੇ ਵੱਡੇ ਅਡੰਬਰ ਵਾਲੇ ਬਾਦਸ਼ਾਹਾਂ ਨੂੰ ਵੀ ਸਮਝਾਇਆ ਭਾਈ ਕਿ ਆਪਣੀਆਂ ਇਹ ਬਾਹਾਂ ਤੇ ਕੱਲਾ ਮਾਣ ਨਾ ਕਰੋ, ਤੁਸੀਂ ਇਕੱਲੇ ਕਰਮ ਕਾਂਡਾਂ ਵਿੱਚ ਹੀ ਨਾ ਲੱਗੇ ਰਹੋ। ਜੇ ਤੁਹਾਡੇ ਕੋਲੇ ਪ੍ਰਮਾਤਮਾ ਦੀ ਇਬਾਦਤ ਭਗਤੀ ਬੰਦਗੀ ਨਹੀਂ, ਤੁਹਾਡਾ ਇਹ ਸਾਰਾ ਅਡੰਬਰ ਵਿਅਰਥ ਹੈ। ਇਹ ਸਾਰੇ ਅਡੰਬਰ ਨੇ ਤੁਹਾਨੂੰ ਰੱਬ ਨਾਲ, ਤੁਹਾਨੂੰ ਪਰਮਾਤਮਾ ਨਾਲ ਨਹੀਂ ਮਿਲਾਉਣਾ। ਕਰਮ ਕਾਂਡੀ ਨੂੰ ਅਪਮਾਨ ਹੋ ਗਿਆ ਕਿ ਮੈਂ ਇੰਨੇ ਕਰਮ ਕਰ ਰਿਹਾ, ਮੇਰੇ ਵਰਗਾ ਇੱਥੇ ਕੌਣ ਆ? ਮੈਂ ਸਾਰਾ ਦਿਨ ਦੇ ਵਿੱਚ 12 ਘੰਟਿਆਂ ਚੋਂ ਅੱਧਿਓਂ ਵੱਧ ਸਮਾਂ ਦਾ ਕਰਮ ਕਾਂਡਾਂ ਤੇ ਲਾਉਣਾ, ਸਾਰੇ ਚੁੱਲ੍ਹੇ ਚੌਂਕੇ ਨੂੰ ਸੁੱਚਾ ਕਰਦਾ, ਫਿਰ ਹੋਰ ਸਾਰੀਆਂ ਚੀਜ਼ਾਂ, ਇਸ ਚੱਕਰਾਂ ਦੇ ਵਿੱਚ ਲੱਗਿਆ ਰਹਿਣਾ, ਤੇ ਮੇਰੇ ਜਿੰਨਾ ਸੁਚਮਤਾ ਵਾਲਾ ਕੌਣ ਹੈ? ਤੇ ਬਾਦਸ਼ਾਹ ਨੂੰ ਅਪਮਾਨ ਸੀ ਆਪਣੇ ਅਡੰਬਰ ਤੇ ਸੂਰਮੇ ਵੀ ਹੰਕਾਰੀ ਹੋ ਗਏ, ਉਹਨਾਂ ਨੂੰ ਆਪਣੀਆਂ ਬਾਹਾਂ ਤੇ ਮਾਣ ਆਇਆ। ਕਰਮਕਾਂਡੀ ਵੀ ਹੰਕਾਰੀ ਹੋਇਆ, ਬਾਦਸ਼ਾਹ ਵੀ ਹੰਕਾਰੀ ਹੋਇਆ,
ਸੂਰਮਾ ਵੀ ਹੰਕਾਰੀ ਹੋ ਗਿਆ ਵੀ ਮੇਰੇ ਵਰਗਾ ਸੂਰਮਾ ਕੌਣ ਹੈ। ਇੱਥੇ ਸਤਿਗੁਰੂ ਪਿਛਲੀ ਗੱਲ ਨਾਲ ਹੀ ਜੋੜ ਰਹੇ ਆ, ਜਿਹੜੀ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ, ਉਹਦੇ ਨਾਲ ਹੀ ਗਰੀਬ ਨਵਾਜ ਸਤਿਗੁਰੂ ਜੋੜ ਰਹੇ ਆ। ਕਹਿੰਦੇ ਨੇ ਜਿਹੜੇ ਜਿਨ੍ਹਾਂ ਕੋਲੇ ਰਾਜਿਆਂ ਕੋਲੇ ਮਸਤ ਹਾਥੀ ਨੇ, ਜਿਨ੍ਹਾਂ ਕੋਲੇ ਮਸਤ ਘੋੜੇ ਨੇ, ਮਾਤੇ ਮਤੰਗ ਨੇ, ਵੀਰ ਯੋਧਿਆਂ ਕੋਲੇ ਮਾਤੇ ਮਤੰਗਨ ਮਾਨ ਮਲੈਂਗੇ। ਜੇ ਰਾਜੇ ਕੋਲੇ ਮਸਤ ਹਾਥੀ ਘੋੜੇ ਆ ਤੇ ਉਹਨਾਂ ਮਸਤ ਹਾਥੀ ਘੋੜਿਆਂ ਨੂੰ ਮਲਣ ਵਾਲਾ ਵੀਰ ਯੋਧਾ ਸੂਰਮਾ ਕਹਿੰਦਾ ਮੇਰੀਆਂ ਬਾਹਾਂ 'ਚ ਇੰਨੀ ਜਾਨ ਆ, ਤੇਰੇ ਹਾਥੀ ਵੀ ਮਲ ਕੇ ਰੱਖ ਦਿਆਂਗਾ, ਤੇਰੇ ਘੋੜੇ ਵੀ ਮਸਲ ਕੇ ਰੱਖ ਦਿਆਂਗਾ। ਉਹਨੂੰ ਆਪਣੀ ਸੂਰਮਤਾਈ ਤੇ ਬੜਾ ਮਾਣ ਹੈ। ਸਤਿਗੁਰੂ ਕਹਿੰਦੇ ਨੇ ਉਹਨੂੰ ਆਪਣੇ ਬਾਜੂ ਬਲ ਦਾ ਹੰਕਾਰ ਹੋ ਗਿਆ, ਉਹਨੂੰ ਆਪਣੀਆਂ ਬਾਹਾਂ ਤੇ ਹੰਕਾਰ ਹੋ ਗਿਆ। ਵੈਸੇ ਗੁਰਮਤ ਦੇ ਅੰਦਰ ਜਿਹੜੀ ਸੂਰਮੇ ਦੀ ਵਿਆਖਿਆ ਉਹ ਕੁਝ ਨਵੇਕਲੇ ਕਿਸਮ ਦੀ ਹੈ। ਇੱਥੇ ਸੂਰਮੇ ਦੇ ਮਨ ਵਿੱਚ ਕੋਈ ਹੰਕਾਰ ਨਹੀਂ ਹੈ। ਵੈਸੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਲਈ ਵੀ ਸੂਰਮਾ ਸ਼ਬਦ ਵਰਤਿਆ, ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਵਰਿਆਮ ਦਾ ਅਰਥ ਵੀ ਸੂਰਮਾ ਹੀ ਹੈ। ਵਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ, ਉਹ ਸੂਰਮਾ ਹੈ। ਤਾਂ ਹੀ ਤਾਂ ਬਾਦਸ਼ਾਹ ਦਰਵੇਸ਼ ਦੇਗ ਤੇਗ, ਇੱਕ ਵਿਦਵਾਨ ਨੇ ਲਿਖਿਆ ਜਿਹੜਾ ਕੋਈ ਤੇਗ ਦਾ ਧਨੀ ਹੋਇਆ ਉਹ ਕਲਮ ਦਾ ਨਹੀਂ ਹੋਇਆ, ਜਿਹੜਾ ਕਲਮ ਦਾ ਧਨੀ ਹੋਇਆ ਉਹ ਤੇਗ ਦਾ ਧਨੀ ਨਹੀਂ ਹੋਇਆ, ਜਿਹੜਾ ਭਗਤ ਹੋਇਆ ਉਹ ਸੂਰਮਾ ਨਹੀਂ ਹੋਇਆ, ਜਿਹੜਾ ਸੂਰਮਾ ਹੋਇਆ ਉਹ ਭਗਤ ਨਹੀਂ ਹੋਇਆ, ਜਿਹੜਾ ਬਾਦਸ਼ਾਹ ਹੋਇਆ ਉਹ ਦਰਵੇਸ਼ ਨਹੀਂ ਹੋਇਆ, ਜਿਹੜਾ ਦਰਵੇਸ਼ ਹੋਇਆ ਉਹ ਬਾਦਸ਼ਾਹ ਨਹੀਂ ਹੋਇਆ। ਵਾਹਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਆਨੰਦਪੁਰ ਸਾਹਿਬ ਵੇਖਦਿਆਂ ਤੇਰੇ ਵਰਗਾ ਬਾਦਸ਼ਾਹ ਕੋਈ ਨਹੀਂ, ਮਾਛੀਵਾੜੇ ਦੇ ਜੰਗਲ 'ਚ ਵੇਖਦਿਆਂ ਤੇਰੇ ਵਰਗਾ ਦਰਵੇਸ਼ ਕੋਈ ਨਹੀਂ। ਜਦੋਂ ਤੈਨੂੰ ਪੌਂਡਾ ਸਾਹਿਬ ਦੀ ਧਰਤੀ ਤੇ 6-6 ਘੰਟੇ ਅਕਾਲ ਉਸਤਤ ਵਿੱਚ ਜੁੜੇ ਨੂੰ ਵੇਖਦਿਆਂ ਕਿਤੋਂ ਜਾਪ ਸਾਹਿਬ ਨਿਕਲ ਰਿਹਾ, ਕਿਤੋਂ ਸਵਈਏ ਨਿਕਲ ਰਿਹਾ, ਕਿਤੋਂ ਜਮੀ ਤੂੰ ਹੀ ਜਮਾ ਤੂੰ ਹੀ ਮੱਗੀ ਤੂੰ ਹੀ ਮਕਾਂ ਤੂੰ ਹੀ ਜੱਤਸ ਤੂੰ ਹੀ ਬ੍ਰਤਸ ਤੂੰ ਹੀ ਥੱਲਸ ਤੂੰ ਹੀ, ਇਹ ਸਾਰੀਆਂ ਜਦੋਂ ਤੂੰ ਦੀਆਂ 6-6 ਘੰਟੇ ਇਹ ਰਚਨਾ ਵੇਖਦਿਆਂ ਲੱਗਦਾ ਤੇਰੇ ਵਰਗਾ ਕਲਮ ਦਾ ਧਨੀ ਕੋਈ ਨਹੀਂ। ਜਦੋਂ 14 ਜੰਗਾਂ ਵਿੱਚ ਤੇਰੀ ਤੇਗ ਦੇ ਜੌਹਰ ਵੇਖਦਿਆਂ ਤੇਰੇ ਵਰਗਾ ਲੱਗਦਾ ਤੇਗ ਦਾ ਧਨੀ ਵੀ ਕੋਈ ਨਹੀਂ। ਤੂੰ ਬਾਦਸ਼ਾਹ ਵੀ ਕਮਾਲ ਹੈ, ਤੂੰ ਦਰਵੇਸ਼ ਵੀ ਕਮਾਲ ਦਾ ਹੈ, ਤੇਰੀ ਤੇਗ ਨੂੰ ਵੀ ਨਮਸਕਾਰ, ਤੇਰੀ ਕਲਮ ਨੂੰ ਵੀ ਨਮਸਕਾਰ। ਇਹ ਦੋ ਰੂਪ ਤੇਰੇ, ਪਰ ਇਹ ਉਹ ਸੂਰਮਾ ਹੈ ਜਿਹੜਾ ਪੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਇਹ ਉਹ ਸੂਰਮਾ ਜਿਹੜਾ ਨਜਾਇਜ਼ ਕਿਸੇ ਨੂੰ ਡਰਾਉਂਦਾ ਨਹੀਂ ਤੇ ਨਜਾਇਜ਼ ਕਿਸੇ ਤੋਂ ਡਰਦਾ ਨਹੀਂ, ਇਹ ਉਹ ਸੂਰਮਾ ਹੈ। ਤੇ ਅਸਲ ਇੱਥੇ ਜਿਹੜੇ ਸੂਰਮੇ ਦੀ ਗੱਲ ਹੈ, ਇੱਥੋਂ ਦਾ ਜਿਹੜਾ ਗੁਰਮਤ ਨੇ ਸੂਰਮਾ ਪਰਵਾਨਿਆ, ਮਹਾਰਾਜ ਕਹਿੰਦੇ ਸੂਰਮਾ ਤਾਂ ਹੈ ਲੇਕਿਨ ਹੰਕਾਰ ਨਹੀਂ ਹੈ ਉਹਦੇ ਕੋਲ, ਉਹਦੇ ਕੋਲੇ ਹੰਕਾਰ ਨਹੀਂ ਹੈ, ਅਭਿਮਾਨ ਨਹੀਂ ਹੈ, ਉਹ ਹੰਕਾਰੀ ਨਹੀਂ ਹੁੰਦਾ। ਭਾਈ ਬਚਿੱਤਰ ਸਿੰਘ ਸਾਹਿਬ ਨੇ ਜਦੋਂ ਮਸਤ 4 ਫੁੱਟ ਦਾ ਹੀ ਕੱਦ ਬਚਿੱਤਰ ਸਿੰਘ ਦਾ, ਦੁਨੀ ਚੰਦ ਨੂੰ ਕਿਹਾ ਵੀ ਬਾਹਰੋਂ ਰਾਜੇ ਕੇਸਰੀ ਚੰਦ ਨੇ ਜਿਹੜਾ ਹਾਥੀ ਛੱਡਿਆ, ਆ ਲੋ ਮੇਰਾ ਹਾਥੀ। ਦੁਨੀ ਚੰਦ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਮੇਰੇ ਕੋਲ ਵੀ ਮਹਾਰਾਜ ਕਹਿੰਦੇ ਹਾਥੀ ਹੈ, ਇਹ ਹਾਥੀ ਦਾ ਮੁਕਾਬਲਾ ਹਾਥੀ ਕਰੇਗਾ। ਉਹ ਦੁਨੀ ਚੰਦ ਦੀ ਸਿਹਤ ਬੜੀ ਤਗੜੀ ਹੈ, ਖੁਰਾਕ ਬਹੁਤ ਜ਼ਿਆਦਾ ਹੈ, ਪਰ ਅੱਜ ਇਮਤਿਹਾਨ ਵੱਡਾ ਆ ਗਿਆ। ਪਰ ਹੁਣ ਉਹਨੂੰ ਇਹ ਨਹੀਂ ਸਮਝ ਆਈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਰਾਜੇ ਕੇਸਰੀ ਚੰਦ ਦੇ ਹਾਥੀ ਨੂੰ ਆ ਮੇਰਾ ਹਾਥੀ ਮਾਰੇਗਾ। ਮਰ ਤਾਂ ਉਦੋਂ ਹੀ ਗਿਆ ਜਦੋਂ ਗੁਰੂ ਨੇ ਕਹਿ ਦਿੱਤਾ, ਪਰ ਇਹਨਾਂ ਬਚਨਾਂ ਤੇ ਵਿਸ਼ਵਾਸ ਕਰਨਾ ਹੀ ਤਾਂ ਤਪੱਸਿਆ ਹੈ, ਇਹਨਾਂ ਬਚਨਾਂ ਤੇ ਭਰੋਸਾ ਕਰਨਾ ਹੀ ਤਾਂ ਭਗਤੀ ਹੈ, ਇਹਨਾਂ ਬਚਨਾਂ ਤੇ ਵਿਸ਼ਵਾਸ ਕਰਨਾ ਹੀ ਤਾਂ ਗੁਰਸਿੱਖੀ ਹੈ। ਦੁਨੀ ਚੰਦ ਰਾਤੇ ਰਾਤ ਆਪ ਜੀ ਨੂੰ ਫਿਰ ਪਤਾ ਭੱਜਦਾ, ਲੱਤ ਟੁੱਟਦੀ ਆ, ਘਰੇ ਜਾ ਕੇ ਨਰਗਾਮੀ ਹੋ ਕੇ ਮਰਦਾ। ਅੱਗੇ ਉਹਦੇ ਪੋਤੇ ਫਿਰ ਇਹ ਲੱਗਿਆ ਕਲੰਕ ਧੋਣ ਵਾਸਤੇ ਆਉਂਦੇ ਆ, ਭਾਈ ਅਨੂਪ ਸਿੰਘ ਤੇ ਭਾਈ ਸਰੂਪ ਸਿੰਘ, ਫਿਰ ਭਾਈ ਬਚਿੱਤਰ ਸਿੰਘ 4 ਫੁੱਟ ਦਾ, ਭਾਈ ਮਨੀ ਸਿੰਘ ਸਾਹਿਬ ਦਾ ਪੁੱਤਰ ਹੈ ਭਾਈ ਬਚਿੱਤਰ ਸਿੰਘ। ਮਹਾਰਾਜ ਕਹਿੰਦੇ ਬਚਿੱਤਰ ਸਿੰਘ ਤੂੰ ਮੁਕਾਬਲਾ ਕਰ। ਬਚਿੱਤਰ ਸਿੰਘ ਨੇ ਕਿਹਾ ਸਤਿਗੁਰੂ ਮੇਰੀ ਕੀ ਹਿੰਮਤ ਆ ਮੈਂ ਮੁਕਾਬਲਾ ਕਰਾਂ, ਤੁਹਾਡਾ ਸਿਰ ਤੇ ਹੱਥ ਹੋਵੇ, ਤੁਸੀਂ ਕਰਾਉਣਾ ਚਾਹੋ ਤਾਂ ਇਹੋ ਜਿਹੇ ਭਾਵੇਂ ਹਜ਼ਾਰਾਂ ਹਾਥੀ ਆ ਜਾਣ, ਤੇ ਜੇ ਇਕੱਲੇ ਬਚਿੱਤਰ ਸਿੰਘ ਨੂੰ ਕਹੋ ਬਚਿੱਤਰ ਸਿੰਘ ਨਹੀਂ, ਉਦੋਂ ਤਾਂ ਇੱਕ ਨਿੱਕੇ ਜਿਹੇ ਕਿਸੇ ਅਨਭੋਲ ਕਿਸੇ ਭੋਲੇ ਜੀਵ ਜੰਤੂ ਦਾ ਸ਼ਿਕਾਰ ਨਹੀਂ ਹੋਣਾ, ਹਾਥੀ ਤਾਂ ਫਿਰ ਮਸਤ ਹੋ ਕੇ ਆ ਰਿਹਾ। ਸਤਿਗੁਰਾਂ ਨੇ ਸਿਰ ਤੇ ਹੱਥ ਰੱਖਿਆ, ਸਮਰੱਥ ਗੁਰੂ ਸਿਰ ਹੱਥ ਧਰਿਓ। ਆ ਗੁਰੂ ਦੇ ਅਸਲ ਵਿੱਚ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਇਹ ਗੁਰੂ ਦੇ ਬਖਸ਼ਿਸ਼ ਭਰੇ ਸਿਰ ਤੇ ਹੱਥ ਰੱਖਣ ਦੀ ਅਜ਼ਮਤ ਹੈ। ਸਿਰ ਤੇ ਹੱਥ ਰੱਖ, ਹੱਥ ਵਿੱਚ ਹੀ ਜਿਹੜੀ ਉਹ ਅਜ਼ਮਤ ਵਾਪਰਦੀ ਹੈ। ਚਲੋ ਬਚਿੱਤਰ ਸਿੰਘ ਨੂੰ ਥਾਪੜਾ ਦਿੱਤਾ, ਅਰਦਾਸ ਕੀਤੀ, ਗੁਰੂ ਦੇ ਚਰਨਾਂ ਦਾ ਆਸ਼ੀਰਵਾਦ ਲੈ ਕੇ ਗਿਆ। ਮਸਤ ਹੱਥ ਇਹੋ ਜਿਹਾ ਪੈਂਤੜਾ ਲੈ ਕੇ ਘੋੜੇ ਨੂੰ ਦੜਾਇਆ ਤੇ ਉਹ ਨਾਗਣੀ ਵਰਸ਼ਾ ਜਿਹੜਾ ਅੱਜ
ਕੇਸਗੜ੍ਹ ਸਾਹਿਬ ਪਿਆ, ਤਖਤ ਸ੍ਰੀ ਕੇਸਗੜ੍ਹ ਸਾਹਿਬ। ਉਹ ਨਾਗਣੀ ਵਾਰ ਦਰਸ਼ਨ ਕਰਦਿਆਂ 7 ਤਵੀਆਂ ਨੂੰ ਪਾੜ ਕੇ ਉਹਦੇ ਮੱਥੇ 'ਚ ਵੱਜਿਆ, ਵਾਪਸ ਦੌੜ ਗਿਆ। ਸ਼ਰਾਬ ਪੀਤੀ ਸੀ ਹਾਥੀ, 90 ਲੀਟਰ ਤੱਕ ਇੱਕ ਵਾਰੀ 'ਚ ਪਾਣੀ ਜਾਂ ਸ਼ਰਾਬ ਪੀ ਸਕਦਾ ਹਾਥੀ, ਐਡਾ ਵੱਡਾ ਪੇਟ ਹੈ ਉਹਦਾ। ਇੰਨੀ ਸ਼ਰਾਬ ਜਿਹਨੂੰ ਪਲਾਈ ਤੇ ਉਹਦਾ ਹਾਲ ਕੀ ਹੋਏਗਾ। ਪਿੱਛੇ ਆਪਣੀ ਫੌਜ ਨੂੰ ਲਤਾੜਦਾ ਦੌੜਿਆ। ਸਾਰਿਆਂ ਨੇ ਕਿਹਾ ਬਚਿੱਤਰ ਸਿੰਘ ਬੜਾ ਕਮਾਲ ਦਾ, ਬਚਿੱਤਰ ਸਿੰਘ ਬੜਾ ਸੂਰਮਾ, ਬਚਿੱਤਰ ਸਿੰਘ ਬੜਾ ਜੋ। ਉਹ ਕਹਿੰਦਾ ਬਚਿੱਤਰ ਸਿੰਘ ਨੂੰ ਕਿਉਂ ਵੇਖਦੇ ਹੋ? ਜਿਸ ਗੁਰੂ ਨੇ ਇਹਦੇ ਸਿਰ ਤੇ ਹੱਥ ਰੱਖਿਆ ਤੁਸੀਂ ਉਸ ਗੁਰੂ ਨੂੰ ਵੇਖੋ। ਇੱਥੇ ਸੂਰਮੇ ਹੰਕਾਰ ਨਹੀਂ ਕਰਦੇ। ਇੱਥੇ ਤਾਂ ਉਹ ਕਹਿੰਦੇ ਜਿਹੜੇ ਗੁਰੂ ਨੇ ਬਚਿੱਤਰ ਸਿੰਘ ਦੇ ਨੂੰ ਥਾਪੜਾ ਦਿੱਤਾ ਤੁਸੀਂ ਉਸ ਗੁਰੂ ਨੂੰ ਵੇਖੋ, ਤੁਸੀਂ ਬਚਿੱਤਰ ਸਿੰਘ ਨੂੰ ਕਿਉਂ ਵੇਖਦੇ ਹੋ? ਬਚਿੱਤਰ ਸਿੰਘ ਦਾ ਕੁਛ ਵੀ ਨਹੀਂ ਹੈ। ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿਰ ਤੇ ਹੱਥ ਰੱਖੇ, ਉਹ ਬਚਿੱਤਰ ਸਿੰਘ ਨੂੰ ਵੀ ਇਹੋ ਜਿਹਾ ਸ਼ੇਰ ਬਣਾ ਦਿੰਦਾ, ਉਹ ਵੱਡੇ ਵੱਡੇ ਹਾਥੀਆਂ ਨੂੰ ਭਜਾਉਣ ਦੇ ਕਾਬਲ ਹੋ ਜਾਂਦਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਖਸ਼ਿਸ਼ ਹੈ। ਜਿਵੇਂ ਭਾਈ ਰੋਸ਼ਨ ਸਿੰਘ ਹੋਇਆ, ਬਹਾਦਰ ਸ਼ਾਹ ਨਾਲ ਹੈ, ਇੱਧਰ ਜੈਂਜੋ ਦੇ ਜੰਗਲ ਵਿੱਚ ਉੱਥੇ ਇੱਕ ਸ਼ੇਰ ਹੈ ਆਦਮਖੋਰ, ਉਹ ਬੰਦੇ ਖਾਣ ਲੱਗ ਪਿਆ। ਬਹਾਦਰ ਸ਼ਾਹ ਨੂੰ ਪਤਾ ਲੱਗਿਆ, ਆਲੇ ਦੁਆਲੇ ਲੋਕਾਂ ਨੇ ਦੱਸਿਆ, ਮਹਾਰਾਜ ਕੋਲ ਸੰਗਤ ਆਈਆਂ ਕਿ ਸਤਿਗੁਰੂ ਇੱਥੇ ਆਦਮਖੋਰ ਸ਼ੇਰ ਹੈ, ਚੱਲ ਜੇ ਤੁਸੀਂ ਕਿਰਪਾ ਕਰੋ ਉਹਦਾ ਵੀ ਭਲਾ ਹੋ ਜਾਏਗਾ ਤੇ ਲੋਕਾਂ ਦਾ ਡਰ ਵੀ ਮੁੱਕ ਜਾਏਗਾ। ਬਹਾਦਰ ਸ਼ਾਹ ਕਹਿੰਦਾ ਸਤਿਗੁਰੂ ਮੈਂ ਬੜਾ ਸੁਣਿਆ ਵੀ ਤੁਹਾਡੇ ਕੋਲ ਇਹੋ ਜਿਹੇ ਸੂਰਮੇ, ਜਾਂ ਤੁਸੀਂ ਐਡੇ ਸੂਰਮੇ ਹੋ, ਬਿਨਾਂ ਸ਼ਸਤਰ ਤੋਂ ਸ਼ੇਰ ਨੂੰ ਮਾਰ ਦਿੰਦੇ ਹੋ। ਸਤਿਗੁਰੂ ਕਹਿੰਦੇ ਕੋਈ ਵੱਡੀ ਗੱਲ ਨਹੀਂ। ਮਹਾਰਾਜ ਤਿਆਰੀ ਕਰਕੇ ਜਾਣ ਲੱਗੇ ਤੇ ਭਾਈ ਰੋਸ਼ਨ ਸਿੰਘ ਕਹਿੰਦਾ ਮਹਾਰਾਜ ਐਡੇ ਛੋਟੇ ਕੰਮ ਲਈ ਤੁਸੀਂ ਆਪ ਜਾਓਗੇ? ਆਹ ਤੁਹਾਡੇ ਸਿੱਖ ਕਾਹਦੇ ਵਾਸਤੇ ਆ? ਐਡੇ ਛੋਟੇ ਕੰਮ ਲਈ ਤੁਸੀਂ ਆਪ ਜਾਣਾ, ਅਸੀਂ ਕਾਹਦੇ ਵਾਸਤੇ? ਸਤਿਗੁਰੂ ਕਹਿੰਦੇ ਠੀਕ ਆ ਭਾਈ ਰੋਸ਼ਨ ਸਿੰਘ ਤੂੰ ਜਾ। ਉਹਨੇ ਮਹਾਰਾਜ ਦੇ ਚਰਨਾਂ ਤੇ ਜਿਵੇਂ ਸੀਸ ਝੁਕਾਇਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਥਾਪੜਾ ਦਿੱਤਾ। ਇੱਕ ਡੰਡਾ ਦਿੱਤਾ, ਸਿਰਫ ਕੁੱਤਕਾ ਇੱਕ ਡੰਡਾ ਦਿੱਤਾ। ਬਹਾਦਰ ਸ਼ਾਹ ਵੇਖ ਰਿਹਾ ਵੀ ਦੇਖਦੇ ਆ ਇਹ ਰੋਸ਼ਨ ਸਿੰਘ ਮੁੜਦਾ ਕਿ ਨਹੀਂ। ਉਹਦਾ ਅੰਦਾਜ਼ਾ ਲਾਈ ਬੈਠਾ ਵੀ ਸਾਨੂੰ ਜਾ ਕੇ ਹੀ ਲੈ ਕੇ ਆਉਣਾ ਪੈਣਾ, ਸ਼ੇਰ ਨੇ ਥੋੜਾ ਛੱਡਣਾ, ਜਾਂ ਖਾ ਜਾਏਗਾ ਤੇ ਜਾਂ ਜ਼ਖਮੀ ਕਰ ਦੇਗਾ। ਪਰ ਉਹ ਸਮਾਂ ਦੇਖਦੇ ਦੇਖਦੇ ਆਇਆ। ਭਾਈ ਰੋਸ਼ਨ ਸਿੰਘ ਨੇ ਆਪਣੇ ਗਲ 'ਚ ਪਾਏ ਹਜੂਰੇ ਨਾਲ ਮਾਰਿਆ ਹੋਇਆ ਸ਼ੇਰ ਲਿਆ ਕੇ ਮਹਾਰਾਜ ਸਾਹਿਬ ਦੇ ਚਰਨਾਂ 'ਚ ਰੱਖ ਦਿੱਤਾ। ਬਹਾਦਰ ਸ਼ਾਹ ਨੇ ਕੰਨਾਂ ਨੂੰ ਹੱਥ ਲਾਏ, ਜ਼ਮੀਨ ਨੂੰ ਲਾਹੌਲ ਕੁਤਬਿਲਾ। ਐਡੇ ਸੂਰਮੇ, ਬਿਨਾਂ ਹਥਿਆਰਾਂ ਤੋਂ ਸ਼ੇਰ। ਸਰਦਾਰ ਹਰੀ ਸਿੰਘ ਨਲੂਆ ਬਿਨਾਂ ਸ਼ਸਤਰ ਦੋਵੇਂ ਹੱਥਾਂ ਨਾਲ ਫੜ ਕੇ ਸ਼ੇਰ ਦਾ ਜਵਾੜਾ ਪਾੜ ਦਿੰਦਾ ਸੀ। ਕਿੰਨੀ ਤਾਕਤ ਹੋਏਗੀ। 996 ਪਰ ਸਕੁਅਰ ਪਾਉਂਡ ਪ੍ਰੈਸ਼ਰ ਹੁੰਦਾ ਸ਼ੇਰ ਦੇ ਜਵਾੜੇ ਦਾ, ਜਿਹਨੂੰ ਖਿੱਚਣਾ ਬਸ ਜਿਵੇਂ 9 ਟੰਕੀ ਦਾ ਤੀਰ ਕਮਾਨ ਚਲਾਉਣ ਲਈ ਜਿੰਨੀ ਜਾਨ ਚਾਹੀਦੀ ਹੈ ਓਨੀ ਜਾਨ ਚਾਹੀਦੀ ਹੈ ਸ਼ੇਰ ਦਾ ਜਵਾੜਾ ਪਾੜਨ ਵਾਸਤੇ। ਹਰੀ ਸਿੰਘ ਨਲੂਏ ਨੇ ਬਹੁਤ ਵਾਰੀ ਇਹ ਕੌਤਕ ਵਰਤਾਇਆ। ਤੇ ਰੋਸ਼ਨ ਸਿੰਘ ਜਦੋਂ ਬਹਾਦਰ ਸ਼ਾਹ ਕਹਿੰਦਾ ਵੀ ਝੋਲੀ ਅੱਡ, ਮੈਂ ਇਨਾਮ ਦੇਣਾ ਤੈਨੂੰ, ਝੋਲੀ ਕਰ ਦੱਸ ਕੀ ਪਾਵਾਂ, ਐਡੀ ਵੱਡੀ ਤੇਰੀ ਦਲੇਰੀ, ਐਡਾ ਸੂਰਮਾ। ਉਹ ਕਹਿੰਦਾ ਬਹਾਦਰ ਸ਼ਾਹ ਝੋਲੀ ਇੱਕੋ ਹੀ ਹੈ ਤੇ ਇਹ ਮੈਂ ਗੁਰੂ ਗੋਬਿੰਦ ਸਿੰਘ ਸਾਹਮਣੇ ਅੱਡੀ ਹੋਈ ਹੈ। ਝੋਲੀਆਂ 2 ਹੁੰਦੀਆਂ ਤੇ ਇੱਕ ਤੇਰੇ ਮੂਹਰੇ ਵੀ ਅੱਡ ਲੈਣੀ ਸੀ, ਹੁਣ ਇੱਕ ਝੋਲੀ ਆ। ਇਹ ਕਲਗੀਧਰ ਪਾਤਸ਼ਾਹ ਅੱਗੇ ਅੱਡੀ ਜਾਂਦੀ ਆ, ਕਿਸੇ ਹੋਰ ਅੱਗੇ ਨਹੀਂ। ਜਿਹੜੀ ਦਾਤ ਚਾਹੀਦੀ ਆ ਮੇਰਾ ਗੁਰੂ ਆਪ ਹੀ ਇਹ 'ਚ ਬਖਸ਼ਿਸ਼ ਪਾ ਦੇਗਾ, ਤੇਰੀਆਂ ਦਾਤਾਂ ਦੀ ਲੋੜ ਨਹੀਂ ਹੈ। ਆਹ ਸੂਰਮੇ ਨੇ ਇੱਥੇ, ਤੇਰੀਆਂ ਚੀਜ਼ਾਂ ਦੀ ਲੋੜ ਨਹੀਂ ਆ। ਇੱਕ ਝੋਲੀ ਆ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੱਗੇ ਮੈਂ ਅੱਡੀ ਬੈਠਾ, ਹੁਣ ਕਿਸੇ ਅੱਗੇ ਅੱਡਣ ਦੀ ਲੋੜ ਹੀ ਨਹੀਂ। ਕਿੱਡਾ ਭਰੋਸਾ ਕਿੰਨਾ ਹੈ। ਇੱਥੇ ਸੂਰਮੇ ਜਿਹੜੇ ਆ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਜਿਹਨੂੰ ਪਾਈਆ ਕਲ ਯੁੱਗ ਦੇ ਸਮੇਂ 'ਚ ਰੱਬ ਦੇ ਨਾਮ ਦਾ ਰੰਗ ਲੱਗ ਗਿਆ, ਅਸਲ ਸੂਰਮਾ ਉਹ ਹੈ। ਆਤਮ ਜਿਣੈ ਸਗਲ ਵਸਤਾ ਕੈ, ਜਾ ਕਾ ਸਤਿਗੁਰ ਪੂਰਾ। ਤੇ ਉਹ ਆਤਮ ਜਿਣੈ ਆਪਣਾ ਆਪ ਕਿਵੇਂ ਵਸ ਕੀਤਾ, ਅੰਦਰਲੇ ਵਿਕਾਰ ਕਿਵੇਂ ਖਤਮ ਕੀਤੇ, ਠਾਕੁਰ ਗਾਈਏ ਆਤਮ ਰੰਗ। ਉਹਨੇ ਪਰਮਾਤਮਾ ਦੇ ਰੰਗ ਗਾਏ, ਉਸ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਗਿਆ, ਪਰਮਾਤਮਾ ਦੇ ਨਾਮ ਵਿੱਚ ਰੰਗਿਆ ਗਿਆ। ਸ਼ਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਕੋਈ ਅੰਦਰਲਾ ਸੂਰਮਾ ਨਹੀਂ ਬਣ ਸਕਦਾ। ਅੰਦਰਲੇ ਵਿਕਾਰਾਂ ਨੂੰ ਖਤਮ ਕਰਨ ਵਾਸਤੇ ਪਰਮਾਤਮਾ ਦੇ ਨਾਮ ਨਾਲ ਜੁੜਨਾ ਪੈਂਦਾ ਹੈ। ਉਹ ਸੂਰਮਾ ਪ੍ਰਵਾਨ ਹੈ ਜਿਹਨੇ ਪਰਮਾਤਮਾ ਨਾਲ ਸਾਂਝ ਪਾਈ, ਵਾਹਿਗੁਰੂ ਨਾਲ ਸਾਂਝ ਪਾਈ, ਅੰਦਰ ਬੈਠੇ 5 ਵਿਕਾਰਾਂ ਤੇ ਫਤਿਹਜਾਬ ਹੋ ਗਿਆ, ਆਪਣੇ ਆਪ ਨੂੰ ਜਿੱਤ ਲਿਆ, ਮਨ ਨੂੰ ਜਿੱਤ ਲਿਆ। ਅਸਲ ਸੂਰਮਾ ਉਹ ਹੈ। ਤੇ ਜਿਹਨੇ ਸਿਮਰਨ ਵਿੱਚੋਂ ਇਹ ਸੂਰਮਤਾ ਹੀ ਹਾਸਲ ਕੀਤੀ ਹੈ, ਤੇ ਮਹਾਰਾਜ ਸਾਹਿਬ ਕਹਿੰਦੇ ਫਿਰ ਉਹਦੇ ਮਨ 'ਚ ਹੰਕਾਰ ਕਿੱਥੋਂ ਆਏਗਾ? ਉਹਦੇ ਮਨ ਵਿੱਚ ਹੰਕਾਰ ਨਹੀਂ ਆ ਸਕਦਾ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਜਿਨ ਮਿਲ ਮਾਰੇ 5 ਸੂਰਬੀਰ, ਐਸੋ ਕੌਣ ਬਲੀ ਰੇ। ਇਹੋ ਜਿਹਾ ਕੋਈ ਬਲੀ ਸੂਰਮਾ ਹੈ ਜਿਹਨੇ 5 ਵਿਕਾਰਾਂ ਨੂੰ ਫਤਿਹਜਾਬ ਕੀਤਾ? ਉਹ ਗੁਰੂ ਘਰ ਵਿੱਚ ਵਾਧੂ ਮਿਲ ਜਾਣਗੇ।
ਸਿੱਖ ਇਤਿਹਾਸ ਵਿੱਚ ਬਹੁਤ ਮਿਲ ਜਾਣਗੇ ਜਿਨ੍ਹਾਂ ਨੇ 5 ਵਿਕਾਰਾਂ ਤੇ ਫਤਿਹ ਜਾਬੀ ਹਾਸਲ ਕੀਤੀ ਹੈ। ਜਿਨ ਪੰਜ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ, ਉਹੀ ਪੂਰਾ ਸੂਰਮਾ, ਨਾਨਕ ਸੋ ਸੂਰਾ ਵਰਿਆਮ ਹੈ। ਅਸਲ ਵਿੱਚ ਉਹ ਸੂਰਮਾ, ਉਹ ਯੋਧਾ। ਅੱਜ ਕਈ ਸੂਰਮੇ ਨਾ ਆਪ ਤੋਂ ਮਾੜੇ ਨੂੰ ਕੁੱਟ ਕੇ ਸੂਰਮੇ ਬਣੇ ਹੋਏ ਆ, ਆਪਣਿਆਂ ਦੀਆਂ ਪੱਗਾਂ ਲਾ ਕੇ ਉਹ ਸੂਰਮੇ ਬਣੇ ਹੋਏ ਆ, ਆਪਣਿਆਂ ਨੂੰ ਬੇਪਤ ਕਰਕੇ ਸੂਰਮੇ ਬਣੇ ਹੋਏ ਆ, ਆਪਣਿਆਂ ਦੀਆਂ ਇੱਜ਼ਤਾਂ ਮਿੱਟੀ 'ਚ ਰੋਲ ਕੇ ਉਹ ਕਹਿੰਦੇ ਸਾਡੇ ਵਰਗਾ ਸੂਰਮਾ ਕੋਈ ਨਹੀਂ। ਨਿਰਦੋਸ਼ੀਆਂ ਨੂੰ, ਤੁਰੇ ਜਾਂਦਿਆਂ ਨੂੰ ਗੋਲੀਆਂ ਮਾਰ ਕੇ ਉਹ ਸੂਰਮੇ ਸਦਾਉਂਦੇ ਆ। ਪਰ ਮਹਾਰਾਜ ਸਾਹਿਬ ਕਹਿੰਦੇ ਆ, ਨਾਨਕ ਸੋ ਸੂਰਾ ਵਰਿਆਮ, ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ। ਅਸਲ ਸੂਰਮਾ ਉਹ ਹੈ ਜਿਹਨੇ ਅੰਦਰੋਂ ਦੁਸ਼ਟ ਹੰਕਾਰ ਨੂੰ ਮਾਰ ਦਿੱਤਾ। ਉਹ ਸੂਰਮਾ ਜਿਹਨੇ ਅੰਦਰੋਂ ਹੰਕਾਰ ਨੂੰ ਮਾਰਿਆ। ਤੇ ਗੁਰੂ ਅਰਜਨ ਸਾਹਿਬ ਕਹਿੰਦੇ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਛਾਰੀ, ਇਸ ਆਗਾ ਕੋ ਨਾ ਟਿਕਿਆ ਵਿਕਾਰੀ। ਗੁਰ ਪੂਰੇ, ਇਹ ਗੱਲ ਸਾਰੀ ਪੂਰੇ ਗੁਰੂ ਨੇ ਗੱਲ ਸਮਝਾ ਦਿੱਤੀ। ਭਾਈ ਅਸਲ ਸੂਰਮਾ ਜਿਹਦੇ ਕੋਲੇ ਗਰੀਬੀ ਦੀ ਗਦਾ ਹੋਵੇ, ਜਿਹਦੇ ਕੋਲੇ ਸੰਗਤਾਂ ਦੀ ਚਰਨ ਧੂੜ ਰੂਪ ਖੰਡਾ ਫੜਿਆ ਹੋਵੇ, ਇਹੋ ਜੀ ਗਦਾ ਤੇ ਇਹੋ ਜੇ ਖੰਡੇ ਸਾਹਮਣੇ ਤਿਸ ਆਗਾ ਕੋ ਨਾ ਟਿਕਿਆ, ਕੋਈ ਵਿਕਾਰ ਨਹੀਂ ਟਿਕਦਾ ਇਹੋ ਜਿਹੇ ਸੂਰਮਿਆਂ ਦੇ ਮੂਹਰੇ। ਜਿਨ੍ਹਾਂ ਕੋਲੇ ਇਦਾਂ ਦੀ ਇਹ ਹੱਥ ਵਿੱਚ ਇਹੋ ਜਿਹੇ ਸ਼ਸਤਰ ਹਥਿਆਰ ਫੜੇ ਹੋਣ, ਗਰੀਬੀ ਦੀ ਗਦਾ ਹੋਵੇ, ਸੰਗਤਾਂ ਦੀ ਚਰਨ ਧੂੜ ਰੂਪੀ ਉਹਦੇ ਕੋਲੇ ਖੰਡਾ ਫੜਿਆ ਹੋਵੇ। ਤੇ ਅਸੀਂ ਜਪਜੀ ਸਾਹਿਬ ਵਿੱਚ ਪੜ੍ਹਿਆ, ਖੰਡਾਂ ਦੀ ਵਿਚਾਰ ਆਈ, ਕਰਮਖੰਡ ਦੀ ਗੱਲ ਆਈ। ਕਰਮਖੰਡ ਵਿੱਚ ਭਲਾ ਕੌਣ ਰਹਿੰਦਾ ਹੈ? ਕਰਮਖੰਡ 'ਚ ਕੌਣ ਇੱਕ ਜਪਜੀ ਸਾਹਿਬ ਸਫ਼ਰ ਹੈ, ਅਧਿਆਤਮਕ ਸਫ਼ਰ ਹੈ। ਉਹ ਸਾਰਾ ਸਫ਼ਰ ਕਰਦੇ ਕਰਦੇ ਕਰਮਖੰਡ ਵਿੱਚ ਵਾਸਾ ਕਿਹਦਾ ਹੁੰਦਾ? ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਆਹ ਪੰਕਤੀ ਸਾਰੇ ਪੜਿਓ। ਤਿੱਥੈ ਜੋਧ ਮਹਾਬਲ ਸੂਰ, ਉੱਥੇ ਯੋਧੇ ਨੇ, ਉੱਥੇ ਮਹਾਬਲੀ ਨੇ, ਉੱਥੇ ਸੂਰਮੇ ਨੇ। ਉਹ ਸੂਰਮਿਆਂ ਜਿਨ੍ਹਾਂ ਨੇ ਆਤਮ ਜਣੈ ਸਗਲ ਵਸਤਾ ਕੈ, ਜਾ ਕਾ ਸਤਿਗੁਰ ਪੂਰਾ, ਜਿਨ੍ਹਾਂ ਨੇ ਆਪਣਾ ਆਪ ਜਿੱਤਿਆ ਹੋਇਆ। ਤੇ ਆਹ ਪੰਕਤੀਆਂ ਤੁਹਾਨੂੰ ਸਾਰਿਆਂ ਨੂੰ ਯਾਦ ਨੇ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ। ਸਾਡੇ ਦਾ ਘਰ ਵੇ ਸੂਰਮੇ ਦੀ ਵਿਆਖਿਆ ਵੱਖਰੀ। ਹੁਣ ਇਹਨਾਂ ਵਿੱਚੋਂ ਹੰਕਾਰੀ ਕੋਈ ਨਹੀਂ ਹੈ। ਬਾਬਾ ਦੀਪ ਸਿੰਘ ਸਾਹਿਬ ਸੂਰਮੇ ਆ, ਕੋਈ ਹੰਕਾਰ ਹੈ? ਧੰਨ ਧੰਨ ਬਾਬਾ ਹਨੂਮਾਨ ਸਿੰਘ ਸਾਹਿਬ ਮਹਾਰਾਜ ਸੂਰਮਿਆ, ਮਹਾਬਲੀ ਯੋਧਿਆ, ਹੰਕਾਰ ਹੈ? ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਸੂਰਮਿਆ, ਕੋਈ ਹੰਕਾਰ ਹੈ? ਕਿੱਡੇ ਵੱਡੇ ਬਾਬਾ ਬੰਦਾ ਸਿੰਘ ਜੀ ਬਹਾਦਰ, ਐਡੇ ਵੱਡੇ ਸੂਰਮੇ ਜਿਨ੍ਹਾਂ ਨੇ ਪਹਿਲੀ ਵਾਰ ਖਾਲਸਾ ਰਾਜ ਸਥਾਪਿਤ ਕੀਤਾ, ਕੋਈ ਹੰਕਾਰ ਨਜ਼ਰ ਆਇਆ? ਆਪਣੇ ਨਾਂ ਦੀ ਮੋਹਰ ਨਹੀਂ ਬਣਾਈ, ਇੱਕ ਦਿਨ ਸਿਰ ਤੇ ਕਲਗੀ ਨਹੀਂ ਲਾਈ, ਆਪਣਾ ਤਖਤ ਨਹੀਂ ਲਾਇਆ, ਬਲਕਿ ਦੇਗੋ ਤੇਗੋ ਕਹਿਣ ਲੱਗਿਆ ਨੁਸਰਤ ਬਿਆ ਬੇਦ ਰੰਗ, ਜਾਂ ਫਤਿਆਜ ਨਾਨਕ ਗੁਰੂ ਗੋਬਿੰਦ ਸਿੰਘ। ਇੰਨੇ ਸ਼ਹਿਰਾਂ ਨੂੰ ਫਤਿਹ ਕਰਨ ਤੋਂ ਬਾਅਦ ਕਿਹਾ ਇਹ ਫਤਿਹ ਮੇਰੀ ਨਹੀਂ, ਇਹ ਗੁਰੂ ਨਾਨਕ ਔਰ ਗੁਰੂ ਗੋਬਿੰਦ ਸਿੰਘ ਦੀ ਫਤਿਹ ਹੈ। ਮਹਾਰਾਜ ਸਾਹਿਬ ਦੇ ਨਾਂ ਦਾ ਸਿੱਕਾ ਚਲਾਇਆ, ਕੋਈ ਹੰਕਾਰ ਨਹੀਂ ਹੈ। ਤੇ ਸੂਰਮਾ ਉਹ ਹੈ ਭਾਈ ਜੋ ਲੜੈ ਦੀਨ ਕੇ ਹੇਤ, ਜਿਹੜਾ ਗਰੀਬ ਦੀ ਖਾਤਰ ਲੜਦਾ ਹੈ ਤੇ ਜਿਹੜਾ ਧਰਮ ਦੀ ਖਾਤਰ ਲੜਦਾ ਹੈ। ਅਮੀਰਾਂ ਦੀ ਖਾਤਰ ਲੜਨ ਵਾਲੇ ਬਹੁਤ ਹੈ, ਗਰੀਬ ਦੀ ਖਾਤਰ ਕੋਈ ਲੜਨ ਵਾਸਤੇ ਤਿਆਰ ਨਹੀਂ। ਪਤਾ ਗਰੀਬ ਦੇ ਪਿੱਛੇ ਲੜਿਆ ਮਿਲਣਾ ਕੀ ਹੈ? ਕੋਈ ਜੰਗੀਰ ਨਹੀਂ ਮਿਲਣੀ, ਕੋਈ ਪਦਵੀ ਨਹੀਂ ਮਿਲਣੀ, ਕੋਈ ਮੈਡਲ ਨਹੀਂ ਮਿਲਣਾ, ਇਹ ਵੀ ਕੋਈ ਤਨਖਾਹ ਵੀ ਨਹੀਂ ਮਿਲਣੀ, ਪੈਸਾ ਨਹੀਂ ਮਿਲਣਾ। ਇਹ ਹੋ ਸਕਦਾ ਵੀ ਆਪਣੀ ਜਾਨ ਗਵਾ ਲਈਏ। ਇਸੇ ਲਈ ਗਰੀਬ ਪਿੱਛੇ ਕੋਈ ਲੜਦਾ ਨਹੀਂ, ਅਮੀਰਾਂ ਲਈ ਲੜਦੇ ਆ ਵੀ ਜੇ ਮੈਂ ਮਰ ਗਿਆ ਪਿੱਛੇ ਪਰਿਵਾਰ ਨੂੰ ਕੋਈ ਦਿੱਕਤ ਨਹੀਂ, ਜੇ ਮੈਂ ਜਿੱਤ ਕੇ ਆਇਆ ਤਾਂ ਪਤਾ ਨਹੀਂ ਕਿੱਡੀ ਜੰਗੀਰ ਮਿਲੇਗੀ, ਕਿੱਡਾ ਮੈਡਲ ਮਿਲੇਗਾ, ਕਿੱਡੀ ਉੱਚੀ ਪਦਵੀ ਮਿਲੇਗੀ। ਅਮੀਰਾਂ ਲਈ ਲੋਕ ਲੜਦੇ ਸਨ, ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਭਾਈ ਮੇਰੇ ਘਰ 'ਚ ਉਹ ਸੂਰਮਾ ਪ੍ਰਵਾਨ ਹੈ ਜੋ ਲੜੈ ਦੀਨ ਕੇ, ਜਿਹੜਾ ਗਰੀਬ ਲਈ ਲੜੇਗਾ। ਗੁਰੂ ਹਰਗੋਬਿੰਦ ਸਾਹਿਬ ਦੀਆਂ 4 ਲੜਾਈਆਂ ਇੱਕ ਗਰੀਬਾਂ ਨੂੰ ਉੱਚੇ ਚੱਕਣ ਵਾਸਤੇ ਆ, ਉਹਨਾਂ ਨੂੰ ਤਾਜ ਬਾਜ ਸਾਜ ਦੇਣ ਵਾਸਤੇ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀਆਂ 14 ਜੰਗਾਂ ਦੱਬੇ ਕੁਚਲੇ ਲਤਾੜੇ ਲੋਕਾਂ ਨੂੰ ਉੱਪਰ ਚੱਕਣ ਵਾਸਤੇ ਆ। ਹੋਰ ਕੋਈ ਨਿੱਜੀ ਮਸਲਾ ਨਹੀਂ ਹੈ ਮਹਾਰਾਜ ਦੀਆਂ ਲੜਾਈਆਂ ਦਾ, ਕੋਈ ਨਿੱਜੀ ਰੰਜਿਸ਼ ਨਹੀਂ ਹੈ ਔਰੰਗਜ਼ੇਬ ਦੀ। ਹਾਂ, ਉਹ ਕਹਿੰਦਾ ਇਹਨਾਂ ਲੋਕਾਂ ਨੂੰ ਕਿਉਂ ਉੱਤੇ ਚੱਕ ਰਹੇ ਹੋ? ਜਿਨ ਕੀ ਜਾਤ ਗੋਤ ਕੁਲ ਮਾਹੀ, ਜਿਨ੍ਹਾਂ ਦੀ ਜਾਤ ਗੋਤ ਵਿੱਚ ਕਦੇ ਕੋਈ ਸਰਦਾਰੀ ਨਹੀਂ, ਕੋਈ ਚੜ੍ਹਦੀ ਕਲਾ, ਕੋਈ ਵੀ ਗੱਲ ਨਹੀਂ ਸੀ। ਮਹਾਰਾਜ ਕਹਿੰਦੇ ਮੈਂ ਤਾਂ ਆਇਆ ਹੀ ਤਾਂ ਜਿਨ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨ ਹੀ ਕੋ ਸਰਦਾਰ ਬਣਾਉ, ਰਾਜ ਕਰਨ ਕੀ ਰੀਤ ਚਲਾਉ, ਤਿਨ ਹੀ ਤੇ ਪੰਡਤ ਉਪਜਾਉ, ਕਥਾ ਕਰਨ ਕੀ ਰੀਤ ਚਲਾਉ, ਘਰ ਘਰ ਵਿੱਚ ਅਕਾਲ ਜਪਾਉ, ਚਿੜੀਆਂ ਤੋਂ ਮੈਂ ਬਾਜ ਤੜਾਉ, 1.25 ਲੱਖ ਸੇ ਏਕ ਲੜਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਹੁਣ ਲੜਾਈ ਕਿੰਨਾ ਪਿੱਛੇ ਹੈ?
ਤੋ ਸਤਿਗੁਰੂ ਪਾਤਸ਼ਾਹ ਨੇ ਇਹ ਜਿਹੜੀਆਂ ਮਹਾਨ ਬਖਸ਼ਿਸ਼ਾਂ ਭਾਈ ਕੀਤੀਆਂ, ਮਹਾਨ ਰਹਿਮਤਾਂ ਕੀਤੀਆਂ। ਅੱਜ ਮਹਾਰਾਜ ਪੰਜਵੇਂ ਸਵਈਏ ਚ ਕਹਿ ਰਿਹਾ, ਸੁਧ ਸਿਪਾਹਾ ਦੁਰੰਤ ਦੁਬਾਹਾ ਸੋ ਸਾਜ ਸੁਨਾਹ ਦਰਜਾਂਤ ਲਹਿੰਗੇ। ਜਿਹੜੇ ਇਹ ਸੂਰਮੇ ਨੇ, ਸਿਪਾਹ ਸਲਾਰ ਯੋਧੇ। ਦੁਰੰਤ ਦਾ ਮਤਲਬ ਜਿਨ੍ਹਾਂ ਨੂੰ ਮਾਰ ਮੁਕਾਉਣਾ ਔਖਾ ਹੋਵੇ, ਅਜਿੱਤ ਹੋਣ। ਤੇ ਦੁਬਾਹ ਜਿਨ੍ਹਾਂ ਦੀ ਝਾਲ ਨਾ ਝੱਲੀ ਜਾ ਸਕੀ ਹੋਵੇ। ਸਨਾ ਜਿਵੇਂ ਬਾਦਸ਼ਾਹਾਂ ਦਾ ਆਪਣਾ ਸ਼ਿੰਗਾਰ ਹੈ ਨਾ, ਇੱਕ ਸੂਰਮੇ ਦਾ ਸ਼ਿੰਗਾਰ ਹੁੰਦਾ ਹੈ, ਉਹਦੇ ਸਰੀਰ ਦੇ ਉੱਪਰ ਸਾਰੀ ਲੋਹੇ ਦੀ ਪੋਸ਼ਾਕ ਪਾਈ ਆ, ਜਿਹਨੂੰ ਸੰਜੋਗ ਕਿਹਾ ਜਾਂਦਾ ਹੈ। ਸਨਾ ਉਹਦਾ ਸ਼ਿੰਗਾਰ ਆ ਸੂਰਮੇ ਦਾ। ਤੇ ਢਾਲਾਂ ਬੰਨੀਆਂ ਹੁੰਦੀਆਂ ਨੇ ਪੂਰੀ ਤਰ੍ਹਾਂ। ਉਹ ਸੀਸ ਦੇ ਉੱਪਰ ਅੱਜ ਵੀ ਨਿਹੰਗ ਸਿੰਘਾਂ ਦੇ ਵੇਖਦਾ, ਸੀਸ ਤੇ ਚੱਕਰ ਲੱਗੇ ਹੁੰਦੇ ਆ। ਉਹ ਚੱਕਰ ਵਾਰ ਰੋਕਣ ਵਾਸਤੇ ਆ। ਕੋਈ ਸਿਰ ਵਿੱਚ ਵਾਰ ਕਰੇ ਤੇ ਉਹਦਾ ਜਵਾਬ ਉਹ ਚੱਕਰ ਦਿੰਦੇ ਆ, ਉਹ ਹਿਫਾਜ਼ਤ ਕਰਦੇ ਆ। ਇਹ ਉਹਦਾ ਇੱਕ ਸ਼ਿੰਗਾਰ ਹੈ, ਵੀਰ ਯੋਧਿਆਂ ਦਾ ਸ਼ਿੰਗਾਰ ਹੈ। ਤੇ ਇਦਾਂ ਦੇ ਉਹ ਸ਼ਿੰਗਾਰ, ਜਿਵੇਂ ਉਹਦੇ ਸਾਹਮਣੇ ਨਰਸਿੰਘੇ ਧੌਂਸੇ ਵੱਜਦੇ ਆ, ਨਗਾਰੇ ਵੱਜਦੇ ਆ, ਪਤਾ ਲੱਗਦਾ ਬਾਦਸ਼ਾਹ ਦੀ ਪਾਲਕੀ ਆਉਂਦੀ ਹੈ। ਤੇ ਜਿਹੜੇ ਇਹ ਸੂਰਮੇ ਨੇ, ਕੋਈ ਜਾਪ ਸਾਹਿਬ ਦੇ ਸਵਈਏ ਭੁਜੰਗ ਪ੍ਰਿਆਤ ਛੰਦ ਪੜਦਾ ਆਉਂਦਾ ਹੈ, ਕੋਈ ਮਦ ਭਾਰ ਛੰਦ ਪੜਦਾ ਆਉਂਦਾ ਹੈ, ਕੋਈ ਕਿਵੇਂ ਕਿਵੇਂ ਪੈਂਤੜੇ ਕੱਢਦਾ ਆਉਂਦਾ, ਜਕਾਰੇ ਛੱਡਦਾ ਆਉਂਦਾ ਹੈ। ਸਤਿ ਸ੍ਰੀ ਅਕਾਲ ਦੇ ਜਕਾਰਿਆਂ ਨਾਲ ਜਦੋਂ ਪੂਰਾ ਮਾਹੌਲ ਗੂੰਜ ਉੱਠਦਾ, ਪਤਾ ਲੱਗਦਾ ਫੌਜ ਸੂਰਮਿਆਂ ਦੀ ਆ ਗਈ ਹੈ। ਇਹ ਉਹਨਾਂ ਦਾ ਆਉਣ ਦਾ ਪਤਾ ਲੱਗਦਾ। ਇਦਾਂ ਦੇ ਸ਼ਿੰਗਾਰ ਮਹਾਰਾਜ ਸਾਹਿਬ ਕਹਿੰਦੇ ਆ, ਆਪਣੇ ਹੱਥ 'ਚੋਂ ਹਥਿਆਰ ਰੱਖਦੇ ਨੇ, ਹਰ ਵੇਲੇ ਜੰਗ ਕਰਨ ਲਈ ਤਿਆਰ ਰਹਿੰਦੇ ਨੇ। ਮੈਂ ਆਪਣੇ ਵੈਰੀਆਂ ਨੂੰ ਦਲ ਕੇ ਰੱਖ ਦਿਆਂਗਾ, ਟੁਕੜੇ ਟੁਕੜੇ ਕਰਕੇ ਰੱਖ ਦਿਆਂਗਾ। ਦੁਰਜਾਨ ਦਲੈਂਗੇ, ਦੁਰਜਾਨ ਕਹਿੰਦੇ ਨੇ ਵੈਰੀ ਨੂੰ। ਦੁਰਜਨ ਸ਼ਬਦ ਬਾਣੀ ਵਿੱਚ ਵੀ ਆਇਆ ਹੈ, ਜਿਹੜਾ ਵੈਰੀਆਂ ਨੂੰ ਨਾਸ਼ ਕਰਨ ਵਾਲਾ। ਦੋਹੀ ਦਿਚੈ ਦੁਰਜਨਾ ਮਿੱਤਰਾਂ ਕੂਜੈ ਕਾਰ। ਇੱਥੇ ਵੀ ਜਿਹੜਾ ਦੁਰਜਨ ਉਹ ਵੈਰੀ ਵਾਸਤੇ ਹੈ। ਮਹਾਰਾਜ ਕਹਿਣ ਲੱਗੇ, ਉਹ ਜਿਹੜੇ ਸਿਪਾਹ ਸਲਾਰ ਨੇ, ਜਿਹੜੇ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਆ, ਤੇ ਉਹਨਾਂ ਕੋਲੇ ਇੰਨੇ, ਚਲੋ ਹੰਕਾਰ ਤਾਂ ਹੈ। ਉਹ ਕਹਿੰਦੇ ਜਿਹੜੇ ਰਾਜੇ ਮਾਤੇ ਮਤੰਗ ਵਾਲੇ ਰਾਜੇ ਨੇ, ਉਹਨਾਂ ਦਾ ਮੈਂ ਹੰਕਾਰ ਤੋੜ ਕੇ ਮਾਤੇ ਮਤੰਗਨ ਮਾਨ ਮਲੈਂਗੇ। ਉਹਦਾ ਸਾਰਾ ਹੰਕਾਰ, ਤਾਮ ਜਾਮ ਅਡੰਬਰ ਮੈਂ ਤੋੜ ਫੋੜ ਕੇ ਸਾਰਾ ਮਿੱਟੀ 'ਚ ਮਿਲਾ ਦਿਆਂਗਾ। ਸੂਰਮਾ ਇਹ ਕਹਿ ਰਿਹਾ। ਇਦਾਂ ਦੀ ਤਿਆਰੀ ਵਿੱਚ ਉਹ ਸੂਰਮਾ ਹਰ ਵੇਲੇ ਰਹਿੰਦਾ ਹੈ। ਤੋ ਦੁਨੀਆ ਦੇ ਸਾਹਮਣੇ ਵੰਗਾਰ ਪਾਉਂਦੇ ਆ, ਚੈਲੰਜ ਕਰਦੇ ਆ, ਕੋਈ ਹੈ ਜਿਹੜਾ ਸਾਡਾ ਮੁਕਾਬਲਾ ਕਰ ਸਕਦਾ, ਸਾਡੇ ਕੋਈ ਸਾਹਮਣੇ ਆ ਕੇ ਖੜ ਸਕਦਾ। ਉਹ ਮਾੜੇ ਨੂੰ ਵੀ ਦਹਾੜ ਮਾਰ ਜਾਂਦੇ ਆ, ਤੇ ਵੱਡਿਆਂ ਅੱਗੇ ਵੀ ਦਹਾੜਦੇ ਰਹਿੰਦੇ ਆ। ਹਰ ਵੇਲੇ ਇੱਕ ਹੰਕਾਰ ਹੈ ਮਨ ਵਿੱਚ, ਸਾਨੂੰ ਕੌਣ ਹਰਾ ਸਕਦਾ, ਸਾਨੂੰ ਕੌਣ ਮਾਰ ਸਕਦਾ, ਸਾਨੂੰ ਕੌਣ ਢਾ ਸਕਦਾ। ਇਦਾਂ ਦੇ ਸੂਰਮੇ ਪ੍ਰਵਾਨ ਨਹੀਂ। ਹੰਕਾਰ ਹੈ ਨਾ ਪਿੱਛੇ। ਸੂਰਮੇ ਦੀ ਪਰਿਭਾਸ਼ਾ ਆਪ ਜੀ ਨੇ ਸੁਣ ਲਈ, ਮਹਾਰਾਜ ਨੂੰ ਕਿਹੜਾ ਚੰਗਾ ਲੱਗਦਾ ਹੈ। ਤੋ ਸਤਿਗੁਰੂ ਕਹਿੰਦੇ ਆ, ਭਾਰੀ ਗੁਮਾਨ ਭਰੇ ਮਨ ਮੈਂ ਕਰ, ਪਰਬਤ ਪੰਖ ਹਲੇ ਨਾ ਲਹਿੰਗੇ। ਇੰਨਾ ਮਨ ਵਿੱਚ ਭਾਰੀ ਗੁਮਾਨ, ਹੰਕਾਰ ਆ ਗਿਆ। ਇਹ ਕਹਿੰਦੇ ਕੱਲ ਇਹ ਤਾਂ ਹੋ ਸਕਦਾ ਹੈ, ਸੂਰਮੇ ਕਹਿੰਦੇ, ਇਹ ਯੋਧੇ ਜਿਨ੍ਹਾਂ ਦੀ ਗੱਲ ਮਾਰੇ ਕਰ ਰਿਹਾ, ਇਹ ਕਹਿੰਦੇ ਕੱਲ ਪਹਾੜਾਂ ਨੂੰ ਖੰਭ ਲੱਗ ਜਾਣ, ਉਹ ਖੰਭ ਪਹਾੜਾਂ ਨੂੰ ਉਡਾ ਸਕਦੇ ਆ, ਇਧਰੋਂ ਚੱਕ ਕੇ ਉਧਰ ਕਰ ਸਕਦੇ ਆ, ਪਹਾੜ ਇਧਰੋਂ ਉਧਰ ਹੋ ਸਕਦੇ ਆ। ਪਰ ਅਸੀਂ ਐਡੇ ਪੱਕੇ ਸੂਰਮੇ ਆ, ਐਡੇ ਦ੍ਰਿੜ ਇਰਾਦਿਆਂ ਵਾਲੇ ਸੂਰਮੇ ਆ, ਅਸੀਂ ਇੱਕ ਵਾਰ ਮੈਦਾਨੇ ਜੰਗ ਵਿੱਚ ਕਦਮ ਰੱਖ ਦਿੱਤਾ, ਸਾਡਾ ਕਦਮ ਨਹੀਂ ਕੋਈ ਹਿਲਾ ਸਕਦਾ। ਜਿਹੜੇ ਮਰਹੱਟੇ ਆ, ਮਰਹੱਟੇ ਪਤਾ ਉਹਨਾਂ ਨੂੰ ਕਿਉਂ ਕਹਿੰਦੇ ਆ? ਉਹ ਜਿਉਂਦੇ ਜੀ ਨਹੀਂ ਕਹਿੰਦੇ ਸੀ ਪਿੱਛੇ ਹਟਦੇ, ਮਰਹੱਟੇ, ਮਰ ਕੇ ਹੀ ਕੋਈ ਪਿੱਛੇ ਹਟਾ ਸਕਦਾ, ਮਾਰ ਕੇ ਸਾਨੂੰ ਐਵੇਂ ਨਹੀਂ ਹਟਾ ਸਕਦਾ। ਇਦਾਂ ਦੇ ਸੂਰਮੇ ਵੀ ਆ। ਪਰ ਇਹ ਸਾਡੇ, ਫਿਰ ਮੈਂ ਬੇਨਤੀ ਕਰਾਂ, ਸਾਡੇ ਘਰ ਵਿੱਚ ਉਹ ਮਰਹੱਟੇ ਕਹਿੰਦੇ ਅਸੀਂ ਮਰ ਕੇ ਪਿੱਛੇ ਹਟਦੇ ਆ। ਸਾਡੇ ਘਰ 'ਚ ਸੂਰਮੇ ਇਹੋ ਜਿਹੇ ਜਿਹੜੇ ਮਰਨ ਤੋਂ ਬਾਅਦ ਵੀ ਪਿੱਛੇ ਨਹੀਂ ਹਟਦੇ, ਸਿਰ ਤਲੀ ਤੇ ਰੱਖ ਕੇ ਫਿਰ ਅੱਗੇ ਤੁਰ ਪੈਂਦੇ ਆ। ਇੱਥੇ ਇਹੋ ਜਿਹੇ ਸੂਰਮੇ ਆ ਜਿਹੜੇ ਮਰ ਕੇ ਮੌਤ ਨੂੰ ਕਹਿੰਦੇ ਪਿੱਛੇ ਹੋ ਕੇ ਖੜ ਜਾ। ਸਿੱਖ ਦਾ ਇੱਕ ਪਰਣ ਹੈ, ਜਿੰਨੀ ਦੇਰ ਤੱਕ ਮੈਂ ਗੁਰੂ ਰਾਮਦਾਸ ਦੀਆਂ ਪ੍ਰਕਰਮਾਂ 'ਚ ਨਹੀਂ ਪਹੁੰਚਦਾ, ਤੂੰ ਲਿਜਾ ਨਹੀਂ ਸਕਦੀ। ਇਹੋ ਜਿਹੇ ਸੂਰਮੇ ਇੱਥੇ। ਐਡਾ ਮਾਣ ਹੈ ਗੁਰੂ ਦੇ ਉੱਤੇ। ਭਾਰੀ ਗੁਮਾਨ ਭਰੇ ਮਨ ਮੈਂ ਕਰ, ਪਰਬਤ ਪੰਖ ਹਲੇ ਨਾ ਹਲੈਂਗੇ। ਮਹਾਰਾਜ ਕਹਿੰਦੇ ਆ, ਹੁਣ ਰੱਬ ਦੇ ਰਾਹ ਦੇ ਵਿੱਚ ਤੇ ਇਹਨਾਂ ਵਿੱਚ ਫਰਕ ਦੇਖੋ ਕਿੰਨਾ ਹੈ। ਰੱਬ ਦੇ ਰਾਹ ਵਿੱਚ ਹੰਕਾਰ ਚੱਲਦਾ ਭਲਾ ਕਿਤੇ? ਹਰ ਜੀਓ ਹੰਕਾਰ ਨਾ ਪਾਵੇ। ਇਹ ਕਿੰਨੇ ਹੰਕਾਰ ਵਿੱਚ ਖੜੇ ਨੇ। ਸ਼ਕਤੀਵਾਨ ਹੋਣਾ ਮਹਾਨ ਹੈ, ਪਰ ਇੱਕ ਸ਼ਕਤੀ ਨੂੰ ਹਜ਼ਮ ਕਰਨਾ ਇਹ ਉਸ ਤੋਂ ਵੀ ਮਹਾਨਤਾ ਦੀ ਗੱਲ ਹੈ। ਰੱਬ ਵੀ ਸ਼ਕਤੀਵਾਨ ਹੈ, ਪਰ ਮਹਾਨ ਕਿੰਨਾ ਹੈ, ਉਹਨੇ ਸ਼ਕਤੀ ਨੂੰ ਬਰਦਾਸ਼ਤ ਕਿੰਨਾ ਕੀਤਾ ਹੋਇਆ। ਤੇ ਰੱਬ ਦੀ ਤਾਕਤ ਜਲ ਤੇ ਥਲ ਕਰ, ਥਲ ਤੇ ਕੂਆ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਕਰਾਵੇ। ਹੁਣ ਇੱਥੇ ਕਿੰਨੇ ਨਾਸਤਿਕ ਲੋਕ ਵੀ ਨੇ ਇਸ ਧਰਤੀ ਤੇ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ। ਬੜੇ ਦੇਸ਼ ਨੇ ਜਿਹੜੇ ਬਹੁਤ ਨਾਸਤਿਕ ਆ, ਕੋਈ ਮੰਦਿਰ, ਗੁਰਦੁਆਰਾ, ਮਸੀਤ, ਚਰਚ ਕੁਛ ਵੀ ਨਹੀਂ ਆ ਉੱਥੇ। ਉਹ ਕਹਿੰਦੇ ਕੁਛ ਵੀ ਨਹੀਂ ਹੈ, ਬਸ ਕੰਮ ਕਰੋ, ਆਪਣਾ ਕਿਰਤ ਕਰੋ, ਕੁਦਰਤੀ ਹੈ ਸਭ ਕੁਛ। ਪਰ ਰੱਬ ਕਦੇ
ਆਪਣੀ ਹੱਦ ਤੋਂ ਇਹ ਤਾਂ ਨਹੀਂ ਹੋਇਆ ਵੀ ਉਹਨੂੰ ਅੱਜ ਬਰਦਾਸ਼ਤ ਹੀ ਨਹੀਂ ਹੋਇਆ ਵੀ ਇੰਨੇ ਨਾਸਤਿਕ ਲੋਕ ਮੈਂ ਜਲ ਤੇ ਥਲ ਕਰ ਦਿਆਂ, ਧਰਤੀ ਨੂੰ ਉਲਟ ਪੁਲਟ ਕਰ ਦਿਆਂ, ਧਰਤੀ ਨੂੰ ਮੁੱਧੀ ਕਰ ਦਿਆਂ। ਉਹ ਭਗਤ ਨਾਮਦੇਵ ਨੂੰ ਕਿਹਾ ਸੀ ਨਾ ਪ੍ਰਮਾਤਮਾ ਨੇ, 10 ਕਹੇ ਤਾਂ ਧਰਨੇ ਕੋਡੀ ਕਰੂੰ। ਇੰਨੀ ਤਾਕਤ ਆ ਉਸ ਰੱਬ ਦੇ ਅੱਗੇ, ਪਰ ਉਹਨੇ ਕਦੇ ਐਵੇਂ ਤਾਕਤ ਅਜਮਾਈ ਨਹੀਂ ਵੀ ਕਿਸੇ ਨਾਸਤਿਕ ਤੋਂ ਦੁਖੀ ਹੋ ਕੇ ਉਹਨੇ ਸਾਰਿਆਂ ਨੂੰ ਧਰਤੀ ਮੁੱਧੀ ਕਰਕੇ ਮਾਰ ਦਿੱਤਾ ਹੋਵੇ। ਸ਼ਕਤੀ ਤਾਂ ਹੈ ਲੇਕਿਨ ਬਰਦਾਸ਼ਤ ਵੀ ਕੀਤੀ ਹੋਈ ਹੈ। ਇੱਥੇ ਮਾੜੀ ਜੀ ਤਾਕਤ ਕਿਸੇ ਬੰਦੇ ਕੋਲ ਆਉਂਦੀ ਆ, ਉਹ ਕਹਿੰਦਾ ਕੋਈ ਗੱਲ ਨਹੀਂ, ਸਾਡੀ ਸਰਕਾਰ ਆਉਣ ਦੇ, ਸਾਡਾ ਵੇਲਾ ਆਉਣ ਦੇ, ਫਿਰ ਤੈਨੂੰ ਦੱਸਾਂਗੇ। ਕਿੰਨੀ ਅੱਜ ਬਦਲਾਖੋਰੀ ਚੱਲ ਰਹੀ ਹੈ। ਬਿਨਾਂ ਗੱਲ ਤੋਂ ਨਿਰਦੋਸ਼ ਬੰਦਿਆਂ ਨੂੰ ਫੜ ਫੜ ਕੇ ਡੱਕਿਆ ਜਾਂਦਾ ਜੇਲ੍ਹਾਂ 'ਚ। ਕਿਉਂ? ਉਹ ਤਾਕਤ ਬਰਦਾਸ਼ਤ ਨਹੀਂ ਹੋ ਰਹੀ, ਉਹ ਆਪਣੀ ਪਾਵਰ ਸ਼ਕਤੀ ਬਰਦਾਸ਼ਤ ਨਹੀਂ ਹੋ ਰਹੀ। ਰੱਬ ਦੀ ਤਾਕਤ ਵੇਖੋ। ਤੇ ਯੋਧਿਆਂ ਵਿੱਚ ਵੀ ਇਦਾਂ ਦੀ ਜਦੋਂ ਤਾਕਤ ਆਉਂਦੀ ਹੈ ਤਾਂ ਕਹਿੰਦੇ ਨੇ ਉਹ ਫਿਰ ਬਰਦਾਸ਼ਤ ਨਹੀਂ ਉਹਨਾਂ ਤੋਂ ਹੁੰਦੀ, ਨਾ ਰਾਜਿਆਂ ਤੋਂ ਹੋਈ, ਨਾ ਭਗਤੀ ਵਾਲਿਆਂ ਨੇ ਵੀ ਤਾਂ ਸ਼ਰਾਪ ਦਿੱਤੇ ਹੀ ਆ ਕਿੰਨਿਆਂ ਨੂੰ। ਮਾਰ ਕੰਡੇ ਤੇ ਕਿਉ ਦਿਕਾਈ ਜਿਨ ਤ੍ਰਿਣ ਧਰਮ ਮੂੰਡ ਬੁਲਾਏ। ਜਿਹੜਾ ਮਾਰ ਕੰਡਾ ਲਿਖਿਆ ਦੁਰਵਾਸਾ ਸਿਉ ਕਰਤ ਢਕੌਰੀ, ਜਾਦਵ ਇਹ ਫਲ ਪਾਏ। ਜਾਦਵਾਂ ਨੂੰ ਸ਼ਰਾਪ ਉਹ ਮੰਨਦੇ ਆ, ਉਹਨਾਂ ਦੀ ਕਹਾਣੀ ਆ, ਬਾਣੀ 'ਚ ਚਲੋ ਉਦਾਹਰਨ ਹੈ ਵੀ ਦੁਰਵਾਸਾ ਰਿਖੀ ਨਾਲ ਉਹਨਾਂ ਜਾਦਵਾਂ ਦੇ ਬੱਚਿਆਂ ਨੇ ਮਜ਼ਾਕ ਕੀਤਾ, ਉਹਨੇ ਸ਼ਰਾਪ ਦਿੱਤਾ ਵੀ ਇਹਦੇ ਪੇਟ ਵਿੱਚ ਉਹ ਬੱਚਾ ਹੈ ਜਿਹੜਾ ਜਾਦਵਾਂ ਦੀ ਕੁਲ ਨਾਸ ਕਰੇਗਾ। ਹੋਇਆ, ਪਰ ਸ਼ਰਾਪ ਭਗਤੀ ਪਿੱਛੇ ਸ਼ਰਾਪ ਹੈ। ਭਗਤੀ ਪਿੱਛੇ ਉਹ ਬਰਦਾਸ਼ਤ ਨਹੀਂ ਹੋ ਰਹੀ ਉਹ ਤਾਕਤ। ਤੇ ਰਾਜਿਆਂ ਕੋਲੋਂ ਵੀ ਇਹ ਤਾਕਤਾਂ ਬਰਦਾਸ਼ਤ ਨਹੀਂ ਹੁੰਦੀਆਂ। ਉਹ ਸਮੇਂ ਦੀ ਤਾਕਤ ਹੈ ਵੀ ਜਦੋਂ ਸਾਡੀ ਤਾਕਤ ਸਮਰੱਥਾ ਅਸੀਂ ਸ਼ਕਤੀਸ਼ਾਲੀ ਹੋਏ ਤੇ ਪਹਿਲਾਂ ਸਭ ਤੋਂ ਵਿਰੋਧੀਆਂ ਨੂੰ ਖਤਮ ਕਰਨਾ ਹੈ। ਦੁਨੀਆ ਦਾ ਭਲਾ ਬਾਅਦ ਚ ਕਰਾਂਗੇ, ਵਿਰੋਧੀ ਨਹੀਂ ਕੋਈ ਛੱਡਣਾ ਤਾਂ ਕਿ ਕੱਲ ਮੇਰੇ ਸਾਹਮਣੇ ਖੜਨ ਵਾਲਾ ਨਾ ਕੋਈ ਹੋਵੇ। ਪਰ ਰੱਬ ਇਸ ਤਰ੍ਹਾਂ ਨਹੀਂ ਕਰਦਾ। ਤੇ ਮਹਾਰਾਜ ਕਹਿੰਦੇ ਆ ਇਸੇ ਲਈ ਜਿਹੜੇ ਇਹ ਵੀਰ ਯੋਧੇ ਸੂਰਮੇ, ਇਹਨਾਂ ਵਿੱਚ ਇਹ ਹੰਕਾਰ ਆ ਗਿਆ ਕਿ ਸਾਡੀ ਤਾਕਤ ਮੂਹਰੇ ਕੌਣ ਖੜ ਸਕਦਾ। ਇਹ ਤਾਂ ਰਾਜੇ ਫਰਹਾਨ ਬਾਦਸ਼ਾਹ ਵਰਗਿਆਂ ਨੇ ਰੱਬ ਨੂੰ ਵੀ ਤੀਰ ਚਲਾ ਦਿੱਤੇ ਵੀ ਲਿਆਓ ਤੀਰ ਕਮਾਨ, ਰੱਬ ਨੂੰ ਹੀ ਮਾਰ ਦਈਏ ਜਿਹੜਾ ਲੋਕਾਂ ਨੂੰ ਡਰਾ ਰਿਹਾ ਹੈ। ਇਹ ਹੰਕਾਰ ਇੱਥੇ ਤੱਕ ਚਲਿਆ ਜਾਂਦਾ ਹੈ। ਪਰ ਇਹੋ ਜਿਹੇ ਵੀਰ ਯੋਧੇ ਰੱਬ ਨਾਲ ਸੰਬੰਧ ਨਹੀਂ ਕਾਇਮ ਕਰ ਸਕਦੇ, ਰੱਬ ਨਾਲ ਨੇੜਤਾ ਨਹੀਂ ਕਰ ਸਕਦੇ। ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ, ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ। ਤੋਰ ਦਾ ਅਰਥ ਹੁੰਦਾ ਤੋੜਨ ਵਾਲੇ, ਅਰੀਨ ਦੁਸ਼ਮਣਾਂ ਨੂੰ। ਜਿਹੜੇ ਮਾਤੇ ਮਤੰਗ ਜਰੇ ਜਰ ਸੰਗ ਵਾਲੇ ਬਾਦਸ਼ਾਹ ਨੇ ਜਿਨ੍ਹਾਂ ਕੋਲੇ ਇੰਨਾ, ਤੇ ਇਹ ਸੂਰਮੇ ਕਹਿ ਰਿਹਾ ਤੋਰ ਅਰੀਨ ਮਰੋਰ ਮਵਾਸਨ, ਤੋੜ ਕੇ ਮਰੋੜ ਕੇ ਉਹਨਾਂ ਨੂੰ ਮਾਤੇ ਮਤੰਗਨ ਮਾਨ ਮਲੈਂਗੇ, ਮਿੱਟੀ 'ਚ ਮਿਲਾ ਦੇਾਂਗੇ ਜਿਹੜੇ ਐਡੀ ਵੱਡੀਆਂ ਤਾਕਤਾਂ ਵਾਲੇ ਆਪਣੇ ਆਪ 'ਚ ਹੰਕਾਰੀ ਹੋਏ ਬੈਠੇ ਆ। ਇਹ ਸੂਰਮੇ ਕਹਿ ਰਹੇ ਆ। ਇਹਨਾਂ ਦੇ ਵਿੱਚ ਜਿਹੜਾ ਅਗਲਾ ਸਵਈਆ ਜਿਹੜਾ 6ਵਾਂ, ਉਹ ਵੀ ਇਹਦੇ ਨਾਲ ਹੀ ਸੰਬੰਧ ਰੱਖਦਾ। ਉਹਦੇ 'ਚ ਕਿਹਾ ਮਾਤੇ ਮਤੰਗਨ ਮਾਨ ਮਲਈਆ। ਜਿਹੜੇ ਮਾਤੇ ਮਤੰਗ ਜਰੇ ਜਰ ਸੰਗਾ, ਉਹਨਾਂ ਨੂੰ ਮਾਤੇ ਮਤੰਗਨ ਮਾਨ ਮਲਈਆ, ਇਹ ਸੂਰਮੇ ਕਹਿ ਰਹੇ ਆ। ਇਹ ਸੂਰਮੇ, ਇਹ ਤੀਜੀ ਤਾਕਤ ਦਾ ਮਾਰਾ ਸਭ ਜ਼ਿਕਰ ਕਰ ਰਿਹਾ। ਇਹ ਜਿਹੜੇ ਬਾਦਸ਼ਾਹ ਨੇ ਵੀਰ ਯੋਧੇ, ਉਹਨਾਂ ਦਾ ਖਿਆਲ ਜਿਹੜਾ ਇਹ ਸ਼ੁਰੂ ਹੋ ਗਿਆ। ਬਾਦਸ਼ਾਹ ਨੇ ਬਾਣੀ 'ਚ ਕਿਹਾ, ਕਹਿੰਦੇ ਮੈਂ ਵੇਖ ਰੱਬ ਕੋਲੋਂ ਸ਼ਕਤੀ ਲੈ ਕੇ ਉਹ ਇੰਨੇ ਹੰਕਾਰ 'ਚ ਆ ਗਏ, ਹਰ ਇੱਕ ਨੂੰ ਚੈਲੰਜ ਕਰਦੇ ਆ ਕਿ ਸਾਡੀ ਸ਼ਕਤੀ ਇਸ ਕਰਕੇ ਹੰਕਾਰੀ ਹੋ ਗਏ। ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਤਾਕਤ ਰੱਬ ਨੇ ਦਿੱਤੀ ਹੈ। ਇਹ ਤੈਨੂੰ ਬਾਹੂਬਲ, ਇਹ ਸਾਰਾ ਕੁਝ ਤੈਨੂੰ ਪਰਮਾਤਮਾ ਨੇ ਦਿੱਤਾ। ਉਹਨਾਂ ਨੂੰ ਆਪਣੀ ਤਾਕਤ ਲੱਗਣ ਲੱਗ ਪਿਆ, ਆਪਣੀ ਸ਼ਕਤੀ ਲੱਗਣ ਪਿਆ, ਹੰਕਾਰੀ ਹੋ ਗਏ, ਹੰਕਾਰ ਕਰਕੇ ਰੱਬ ਤੋਂ ਦੂਰ ਹੋ ਗਏ। ਫਿਰ ਉਹਨਾਂ ਨੂੰ ਵੀ ਕੋਈ ਉਹੋ ਜਿਹਾ ਮਿਲ ਗਿਆ। ਹੁਣ ਰਾਵਣ ਨੂੰ ਕੌਣ ਮਾਰ ਸਕਦਾ ਸੀ? ਪਰ ਰੱਬ ਨੇ ਪੈਦਾ ਕੀਤੇ, ਕੰਸ ਨੂੰ ਖਤਮ ਕਰਨ ਵਾਲੇ ਪੈਦਾ ਕੀਤੇ। ਔਰੰਗਜ਼ੇਬ ਵਰਗੇ ਜਿਹੜੇ ਕਿਸੇ ਤੋਂ ਢਏ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਨਹੀਂ ਉਹਨੂੰ ਮੰਜੇ ਤੋਂ ਉੱਠਣ ਜੋਗਾ ਨਹੀਂ ਛੱਡਿਆ। ਲੱਲਾ ਬੇਗ ਵਰਗੇ ਵੀ ਇੱਥੇ ਵੱਡੇ ਵੱਡੇ ਆਪਣੇ ਆਪ ਨੂੰ ਪੈਂਦੇ ਖਾਨ ਵਰਗੇ, ਜਿਹੜੇ ਕਹਿੰਦੇ ਸਾਡੇ ਵਰਗਾ ਸੂਰਮਾ ਕੌਣ ਹੈ, ਉਹ ਵੀ ਗੁਰੂ ਘਰ ਦੇ ਵਿੱਚ ਆ ਕੇ ਹੰਕਾਰ ਉਹਨਾਂ ਦਾ ਟੁੱਟਿਆ। ਸਤਿਗੁਰੂ ਇਹੋ ਜਿਹੇ ਮਨੁੱਖ ਨੂੰ ਨਿਦਾਨ ਕਹਿੰਦੇ ਨੇ। ਨਿਦਾਨ ਬੱਚੇ ਨੂੰ ਕਿਹਾ ਜਾਂਦਾ। ਬੱਚਾ ਅਨਭੋਲ ਅਣਜਾਣ ਹੁੰਦਾ, ਉਹਨੂੰ ਨਿਦਾਨ ਕਿਹਾ ਜਾਂਦਾ। ਜਿਹੜੇ ਕਹਿੰਦੇ ਸ਼ਕਤੀ ਸਾਡੀ ਆ ਨਾ, ਸਤਿਗੁਰੂ ਕਹਿੰਦੇ ਨਿਦਾਨ ਨੇ। ਇਹ ਬੱਚੇ ਨੇ, ਇਹਨਾਂ ਕੋਲੇ ਜੇ ਦਾਨਾਈ, ਇਹ ਸਿਆਣਪ ਹੋਵੇ ਤਾਂ ਇਹ ਕਿਸੇ ਇਹਨਾਂ ਨੂੰ ਸਮਝ ਆਵੇ ਵੀ ਇਹ ਤਾਕਤ ਰੱਬ ਦੀ ਹੈ। ਜਿਹਨੇ ਸਰੀਰ ਦਿੱਤਾ, ਤਾਕਤ ਵੀ ਉਸੇ ਨੇ ਦਿੱਤੀ ਆ। ਇਹ ਤਾਕਤ ਆਪਣੀ ਮੰਨ ਲੈ। ਤੇ ਬੱਚੇ ਦਾ ਕੰਮ ਕੀ ਹੁੰਦਾ? ਤੁਸੀਂ ਬੱਚੇ ਨੂੰ ਕਿਸੇ ਦੇ ਘਰ ਵਿੱਚ ਲੈ ਜਾਓ ਨਾਲ, ਉੱਥੇ ਉਹ ਟੁਆਇਜ਼ ਰੂਮ ਵਿੱਚ ਜਾਂਦਾ ਜਿੱਥੇ ਬੱਚਿਆਂ ਦਾ ਸਮਾਨ ਖੇਡਣ ਵਾਲਾ ਖਿਡੌਣੇ ਪਏ ਆ, ਉਹਨਾਂ ਨਾਲ ਬਿੰਦ ਝੱਟ ਖੇਡਦਾ ਹੈ। ਘੰਟੇ ਬਾਅਦ ਤੁਸੀਂ ਬੱਚੇ ਨੂੰ ਕਹੋ ਵੀ ਨਾਲ ਚੱਲੀਏ, ਉਹ ਕਹਿੰਦਾ ਖਿਡੌਣੇ ਵੀ ਨਾਲ ਲੈ ਕੇ ਜਾਣੇ। ਜੇ ਕਹੋ ਵੀ ਇਹ ਤੇਰੇ ਨਹੀਂ, ਉਹ ਕਹਿੰਦਾ ਨਹੀਂ ਮੇਰੇ ਆ, ਮੈਂ ਖੇਡੀ ਤਾਂ ਜਾ ਰਿਹਾ ਇਹਨਾਂ ਨਾਲ। ਐਡੀ ਨਾਦਾਨੀ ਬੇਸਮਝਿਓ ਬੱਚਾ ਰੋਂਦਾ, ਕਿੰਨਾ ਕੁਛ ਕਰਦਾ ਵੀ ਇਹ ਮੇਰੇ ਆ ਖਿਡੌਣੇ।
10 ਮਿੰਟ ਖੇਡਣ ਤੋਂ ਬਾਅਦ ਉਹਨੂੰ ਮੇਰੇ ਲੱਗਣ ਲੱਗ ਪਏ ਇਹ ਸੂਰਮੇ, ਉਹ ਨਾਦਾਨੀ, ਉਹ ਬੱਚੇ ਨੇ ਜਿਹੜੇ ਰੱਬ ਦੀ ਦਿੱਤੀ ਹੋਈ ਸ਼ਕਤੀ ਨੂੰ ਇਹ 4 ਦਿਨ ਖਿਡੌਣਿਆਂ ਨਾਲ ਖੇਡ ਕੇ ਇਹਨਾਂ ਨੂੰ ਲੱਗਦਾ ਵੀ ਇਹ ਸਾਰਾ ਕੁਝ ਮੇਰਾ ਹੀ ਹੈ। ਉਹਦੇ ਨਹੀਂ ਸੀ, ਪਰ ਉਹਨੇ ਇਹਨੂੰ ਆਪਣੀ ਮਲਕੀਅਤ ਸਮਝਣ ਲੱਗ ਪਏ। ਉਦੋਂ ਫਿਰ ਹੰਕਾਰ ਆਇਆ। ਇਹ ਨਾਦਾਨੀ ਹੈ ਜਿਹੜੇ ਮਿਲ ਗਏ ਉਹਦੇ ਨਾਲ। ਸਤਿਗੁਰੂ ਪਾਤਸ਼ਾਹ ਕਹਿੰਦੇ ਆ ਫਿਰ ਇਹ ਨਾਦਾਨਪੁਣਾ ਉਹਨਾਂ ਦਾ ਸਾਹਮਣੇ ਆਇਆ, ਜਿਨ੍ਹਾਂ ਨੇ ਦੂਜਿਆਂ ਦੀਆਂ ਗੱਲਾਂ ਤੇ, ਦੂਜਿਆਂ ਦੀਆਂ ਚੀਜ਼ਾਂ ਤੇ, ਦੂਜੀ ਤਾਕਤ, ਰੱਬ ਦੀ ਤਾਕਤ ਨੂੰ ਆਪਣੀ ਤਾਕਤ ਸਮਝ ਕੇ ਕਿਹਾ ਕਿ ਮੇਰਾ। ਉਹ ਨਾਦਾਨ, ਉਹ ਬੇਸਮਝ। ਉਹਨਾਂ ਲਈ ਫਿਰ ਮਹਾਰਾਜ ਕਹਿੰਦਾ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ। ਸ਼੍ਰੀ ਸ਼੍ਰੋਮਣੀ, ਪਤ ਪਤੀ, ਜਿਹੜਾ ਸਾਰਿਆਂ ਦੀ ਪਤ ਦਾ ਰਖਵਾਲਾ ਵੀ ਹੈ, ਸਭ ਤੋਂ ਸ਼੍ਰੋਮਣੀ ਹੈ, ਮਾਇਆ ਦਾ ਪਤੀ ਹੈ। ਸ਼੍ਰੀ ਭਗਵਾਨ, ਸ਼੍ਰੀ ਫਿਰ ਸ਼੍ਰੋਮਣੀ, ਭਗਵਾਨ ਪਰਮਾਤਮਾ ਕਿਰਪਾ ਬਿਨ। ਕਿਰਪਾ ਬਿਨ ਇਹ ਪਹਿਲੇ ਸਵਈਏ ਦਾ ਹੀ, ਜਿਵੇਂ ਅਸੀਂ ਬੜਾ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੋਂ ਤੇ ਏਕ ਰਤੀ ਬਿਨ ਏਕ ਰਤੀ ਕੇ। ਇੱਥੇ ਮਹਾਰਾਜ ਕਹਿੰਦੇ ਆ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ। ਇਹ ਨਿਦਾਨ ਬੰਦੇ, ਇਹ ਖਿਡੌਣੇ ਤੇਰੇ ਨਹੀਂ, ਇਹ ਤਾਕਤਾਂ ਤੇਰੀਆਂ ਨਹੀਂ, ਇਹ ਸ਼ਕਤੀਆਂ ਤੇਰੀਆਂ ਨਹੀਂ, ਇਹ ਡੰਬਰ ਤੇਰੇ ਨਹੀਂ, ਇਹ ਕਰਮ ਕਾਂਡ ਸਭ ਕੁਝ ਜੋ ਕਰ ਰਿਹਾ, ਜਦੋਂ ਅੰਤ ਕੋ ਅੰਤ ਕੇ ਧਾਮ ਸੁਧਾਰੇ, ਤੂੰ ਮੌਤ ਦੇ ਦੇਸ਼ ਜਾਣਾ, ਇਹ ਸਾਰਾ ਕੁਝ ਇੱਥੇ ਹੀ ਧਰਿਆ ਧਰਾਇਆ ਰਹਿ ਜਾਣਾ। ਤਿਆਗ ਜਹਾਨ ਨਿਦਾਨ ਚਲਾਏ। ਉਹ ਨਾ ਸਮਝ ਉਹ ਬੰਦੇ ਜਿਹੜੇ ਆਪਣੀਆਂ ਬਾਹਾਂ ਦੇ ਉੱਪਰ, ਜਿਹੜੇ ਕਹਿੰਦੇ ਸੀ ਪਰਬਤ ਹਿੱਲ ਸਕਦੇ ਆ, ਅਸੀਂ ਨਹੀਂ ਹਿੱਲ ਸਕਦੇ। ਜਿਹੜੇ ਕਹਿੰਦੇ ਮਾਤੇ ਮਤੰਗਨ ਮਾਨ ਮਲਈਆ, ਅਸੀਂ ਮਾਤੇ ਮਤੰਗ ਇੰਨੇ ਵੱਡੇ ਡੰਬਰਾਂ ਵਾਲਿਆਂ ਨੂੰ ਮਿੱਟੀ 'ਚ ਮਿਲਾ ਕੇ ਰੱਖ ਦਿਆਂਗੇ। ਅੱਜ ਸਤਿਗੁਰੂ ਕਹਿੰਦੇ ਆ ਸਭ ਕੁਝ ਤਿਆਗ ਕੇ, ਇੰਨੀ ਸ਼ਕਤੀ ਦਾ ਮਾਲਕ ਜਦੋਂ ਉਸ ਦਿਨ ਉਹਨੂੰ ਪਤਾ ਲੱਗਦਾ, ਜਦੋਂ ਇਹ ਸਾਰੇ ਸੰਸਾਰ ਤੋਂ ਟੁੱਟ ਕੇ, ਸਾਰਾ ਕੁਝ ਛੱਡ ਕੇ, ਕੋਈ ਕਿਸੇ ਗੱਲ ਉਹਦੇ ਕੋਈ ਕੰਮ ਨਹੀਂ ਆ ਰਹੀ, ਕੋਈ ਮੌਤ ਤੋਂ ਬਚਾਉਣ ਵਾਲੀ ਉੱਥੇ ਕੋਈ ਹਾਮੀ ਨਹੀਂ ਭਰ ਰਿਹਾ, ਜਦੋਂ ਤੁਰਦਾ ਉਦੋਂ ਉਹਨੂੰ ਸਮਝ ਲੱਗਦਾ ਮੈਂ ਸਾਰਾ ਜੀਵਨ ਨਾਦਾਨੀ ਵਿੱਚ ਕੱਢਿਆ, ਬੇਸਮਝੀ ਵਿੱਚ ਕੱਢਿਆ, ਮੇਰਾ ਤਾਂ ਹੈ ਹੀ ਕੁਛ ਨਹੀਂ ਸੀ, ਮੇਰਾ ਤਾਂ ਹੈ ਹੀ ਕੁਛ ਨਹੀਂ ਸੀ। ਇੱਕ ਨਾ ਕਿਸੇ ਨੇ ਬੜਾ ਸੋਹਣਾ ਲਿਖਿਆ, ਮਿੱਤਰ ਨੇ ਦੋ ਆਪਸ ਵਿੱਚ, ਦੇਖੋ ਬਾਹੂਬਲੀਆਂ ਨਾਲ, ਤਾਕਤਵਰਾਂ ਨਾਲ ਹੁੰਦਾ ਕੀ ਹੈ, ਉਹ ਚਿੱਠੀ ਪੱਤਰ ਰਾਹੀਂ ਇੱਕ ਦੂਜੇ ਦਾ ਹਾਲ ਚਾਲ, ਪਹਿਲਾਂ ਚਿੱਠੀ ਪੱਤਰ ਚੱਲਦਾ ਸੀ ਵੀ ਕਿਵੇਂ ਆ ਸਿਹਤ। ਉਹਨੇ ਇੱਕ ਦਿਨ ਚਿੱਠੀ ਤੇ ਲਿਖਿਆ ਕਿ ਮੈਂ ਬਹੁਤ ਸਖਤ ਬਿਮਾਰ ਹਾਂ, ਮੇਰਾ ਪਤਾ ਲੈ ਕੇ ਜਾਈਂ। ਕਹਿੰਦਾ ਤੈਨੂੰ ਕੀ ਹੋਇਆ, ਤੂੰ ਤਾਂ ਐਡਾ ਤਕੜਾ, ਐਡੀ ਤਕੜੀ ਸਿਹਤ, ਤੈਨੂੰ ਕੀ ਹੋ ਗਿਆ? ਕਹਿੰਦਾ ਬਸ ਰੋਗ ਬਿਮਾਰੀ ਲੱਗੀ, ਮੈਂ ਬਿਮਾਰ ਮੰਜੇ ਤੇ ਪਿਆ ਤੇ ਮੇਰੇ ਤੋਂ ਤਾਂ ਬਿਸਤਰੇ ਤੋਂ ਵੀ ਨਹੀਂ ਉੱਠਿਆ ਜਾਂਦਾ, ਐਡੀ ਤਾਕਤ, ਅੱਜ ਬਿਸਤਰੇ ਤੋਂ ਨਹੀਂ ਉੱਠਿਆ ਜਾਂਦਾ। ਉਹਨੇ ਕਿਹਾ ਠੀਕ ਆ, ਮੈਂ ਚਿੱਠੀ ਲਿਖੀ, ਆਵਾਂਗਾ। ਤੇ ਥੋੜੇ ਦਿਨਾਂ ਬਾਅਦ ਫਿਰ ਚਿੱਠੀ ਆ ਗਈ ਕਿ ਤੁਹਾਡਾ ਮਿੱਤਰ ਇਹ ਚੜ੍ਹਾਈ ਕਰ ਗਿਆ, ਇਹਦਾ ਸੰਸਕਾਰ, ਇਹਦਾ ਭੋਗ ਆ, ਤੁਸੀਂ ਆਇਓ। ਫਿਰ ਉਹਨੇ ਚਿੱਠੀ ਦੂਸਰੇ ਮਿੱਤਰ ਨੇ ਲਿਖ ਕੇ ਭੇਜੀ, ਕਹਿੰਦਾ ਜੋ आज तक ये तो सुना है कि हम बिस्तर से उठ सकते नहीं, कल मैं सुनिया तू कह रहा मैं बिस्तरे तो नहीं उठ सकता, आज इतनी ताकत आ गई कि दुनिया से उठ चले। ਅੱਜ ਇੰਨੀ ਤਾਕਤ ਕਿੱਥੋਂ ਆ ਗਈ, ਤੂੰ ਸੰਸਾਰ ਤੋਂ ਹੀ ਉੱਠ ਚੱਲਿਆ ਤੇ ਤੁਰ ਚੱਲਿਆ, ਦੂਜਿਆਂ ਦੇ ਕੰਧਿਆਂ ਤੇ ਜਾ ਰਿਹਾ, ਦੂਜਿਆਂ ਦੇ ਮੋਢਿਆਂ ਤੇ ਜਾ ਰਿਹਾ। ਵੱਡੇ ਵੱਡੇ ਮਹਾਰਥੀ ਸੂਰਮੇ ਜਦੋਂ ਦੁਨੀਆ ਤੋਂ ਜਾਣਾ ਪਿਆ, ਇਹ ਨਾਦਾਨ ਲੋਕਾਂ ਨੂੰ ਜਿਨ੍ਹਾਂ ਦੀ ਰੱਬ ਨਾਲ ਸਾਂਝ ਨਹੀਂ ਪਈ, ਪਰਮਾਤਮਾ ਨਾਲ ਸਾਂਝ ਨਹੀਂ ਪਈ, ਉਸ ਦਿਨ ਇਹਨਾਂ ਦਾ ਸਰੀਰ ਇੰਨਾ ਨਿਰਬਲ ਹੋ ਗਿਆ, ਆਪ ਚੱਲ ਕੇ ਕਬਰਸਤਾਨ ਜਾਣ ਜੋਗੇ ਵੀ ਨਹੀਂ ਰਹੇ, ਦੂਜਿਆਂ ਨੇ ਚੱਕ ਕੇ ਸੰਸਕਾਰ ਕੀਤਾ। ਤਾਂ ਇਹ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਆਪਣੀ ਨਾਦਾਨੀ ਬੇਸਮਝੀ ਦਾ ਪਤਾ। ਇਸੇ ਸਵਈਏ ਨੂੰ ਅੱਗੇ ਫਿਰ ਸਤਿਗੁਰਾਂ ਨੇ 6ਵੇਂ ਸਵਈਏ ਨਾਲ ਜੋੜਨਾ, ਇਹਦੀ ਵਿਚਾਰ ਫਿਰ ਅੱਗੇ ਤੁਰੇਗੀ। ਅੱਜ ਇਹ ਤੀਜੀ ਤਾਕਤ ਸ਼ਕਤੀ ਦਾ ਸਤਿਗੁਰਾਂ ਨੇ ਜਿਹੜਾ ਜ਼ਿਕਰ ਕੀਤਾ, ਉਹ ਸੂਰਮਿਆਂ ਦੀ, ਯੋਧਿਆਂ ਦੀ ਤਾਕਤ ਹੈ। ਔਰ ਇਹਨਾਂ ਦਾ, ਇਹ ਸਵਈਆਂ ਦਾ ਅਖੀਰਲੀ ਤੁਕ ਵਿੱਚ ਜਿਹੜਾ ਨਿਚੋੜ ਇਹੀ ਨਿਕਲਦਾ, ਭਾਵੇਂ ਕੋਈ ਕਰਮਕਾਂਡੀ ਹੋਵੇ, ਭਾਵੇਂ ਕੋਈ ਜੋਗੀ ਹੈ, ਜੰਗਮ ਹੈ, ਸੰਨਿਆਸੀ ਹੈ, ਸਰੇਵੜ ਹੈ, ਜੈਨੀ ਹੈ, ਬੋਧੀ ਹੈ, ਕੋਈ ਕਰਮਕਾਂਡ ਕਰਦਾ, ਕੋਈ ਪੌਣਹਾਰ ਜਤੀ ਜਤਧਾਰ ਹੈ, ਭਾਵੇਂ ਕੋਈ ਰਾਜਾ ਮਹਾਰਾਜਾ ਵੱਡੇ ਅਡੰਬਰਾਂ ਵਾਲਾ, ਤੇ ਭਾਵੇਂ ਕੋਈ ਸੂਰਮਾ, ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸਭ ਖਾਲੀ ਜਾਣਗੇ। ਏਕ ਰਤੀ ਬਿਨ ਏਕ ਰੱਤੀ ਕੇ, ਇੱਕ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਇੱਕ ਰੱਤੀ ਜਿੰਨੀ ਵੀ ਇਹਨਾਂ ਦੀ ਕੀਮਤ ਨਹੀਂ ਹੈ। ਕਿਰਪਾ ਕਰਨ ਸਤਿਗੁਰੂ ਸਾਨੂੰ ਤੁਹਾਨੂੰ ਸਾਰਿਆਂ ਨੂੰ ਨਾਮ ਦੀ ਦਾਤ ਬਖਸ਼ਣ, ਔਰ ਆਪਾਂ ਸਾਰੇ ਹੀ ਉਸ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਜਾਈਏ, ਸਾਰੇ ਪਰਮਾਤਮਾ ਦੇ ਰੰਗ ਵਿੱਚ ਰੰਗੇ ਜਾਈਏ, ਜਿਸ ਕਰਕੇ ਇਹ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੇ ਭਾਗੀ ਬਣ ਸਕੀਏ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਦਿਓ, ਸੱਜਣ ਅਸੀਂ ਸੜੀਆਂ ਜਿਉ ਹੋਵੇ। ਸਾਹਿਬ ਸਿਓ ਮੇਲ, ਸਾਰੀ ਸੰਗਤ ਆਨੰਦ ਸਾਹਿਬ ਵਿੱਚ ਰਸਨਾ ਪਵਿੱਤਰ ਕਰਿਓ ਜੀ। ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ।
ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ